सारे प्रश्न सिद्धां वालों पिछले पौड़ियां दे विच पुछे गए और गुरु पातशाह जी ने उन्हां दे उत्तर जिहड़े सन वो दिते। सिद्ध गोष्ठ दी बाणी विच पौड़ी नंबर 58 दे विच सिद्धां वालों कोई सवाल पुछे सन ते गुरु नानक देव पातशाह जी ने पौड़ी नंबर 59 ਅਤੇ 60 ਵਿੱਚ ਉਹਨਾਂ ਦੇ ਉੱਤਰ ਦਿੱਤੇ ਸਨ। ਪੌੜੀ ਨੰਬਰ 61 ਵਿੱਚ ਸਿੱਧਾਂ ਦੇ ਸਵਾਲਾਂ ਤੇ ਗੁਰੂ ਸਾਹਿਬ ਜੀ ਦੇ ਉੱਤਰ ਨਾਲੋਂ ਨਾਲ ਹਨ, ਜਿਹਦੀ ਵਿਚਾਰ ਅਸੀਂ ਕੱਲ ਕੀਤੀ ਹੈ। ਉਹਨਾਂ ਉੱਤਰਾਂ ਦਾ ਹੋਰ ਵਿਸਥਾਰ ਗੁਰੂ ਸਾਹਿਬ ਜੀ ਨੇ ਪੌੜੀ ਨੰਬਰ 62 ਅਤੇ ਪੌੜੀ ਨੰਬਰ 63 ਦੇ ਵਿੱਚ ਕੀਤਾ ਹੈ। ਜਿਹੜੇ ਜਵਾਬ ਸਤਿਗੁਰੂ ਜੀ ਨੇ ਦਿੱਤੇ ਹਨ ਉਹਨਾਂ ਦਾ ਹੋਰ ਵਿਸਥਾਰ ਗੁਰੂ ਪਾਤਸ਼ਾਹ ਜੀ ਨੇ ਪੌੜੀ ਨੰਬਰ 62 ਜੋ ਅੱਜ ਆਪਾਂ ਵਿਚਾਰ ਕਰਾਂਗੇ ਔਰ ਪੌੜੀ ਨੰਬਰ 63 ਜੋ ਅਗਲੇ ਹਫਤੇ ਮੰਗਲਵਾਰ ਤੋਂ ਉਹਦੀ ਵਿਚਾਰ ਹੋਏਗੀ, ਉਹਦਾ ਵਿੱਚ ਹੋਰ ਇਹਨੂੰ ਵਿਸਥਾਰ ਕੀਤਾ। ਤਾਂ ਕੱਲ ਦੀ ਜਿਹੜੀ ਪੌੜੀ ਦੀ ਆਪਾਂ ਵਿਚਾਰ ਕੀਤੀ ਸੀ, ਸਿੱਧਾ ਨੇ ਸਵਾਲ ਕੀਤਾ ਸੀ, ਮਹਾਰਾਜ ਪ੍ਰਾਣਾਂ ਦਾ ਆਸਰਾ ਕੀ ਹੈ, ਪ੍ਰਾਣ ਕਿੱਥੇ ਰਹਿੰਦੇ ਹਨ, ਇਹਨਾਂ ਦੀ ਖੁਰਾਕ ਕੀ ਹੈ, ਇਹ ਕਿੱਥੋਂ ਰਸ ਪ੍ਰਾਪਤ ਕਰਦੇ ਹਨ, ਕਿੱਥੋਂ ਖੁਰਾਕ ਲੈਂਦੇ ਹਨ, ਤੇ ਜੋਗੀਆਂ ਨੂੰ ਕੀ ਪ੍ਰਾਪਤ ਹੁੰਦਾ ਹੈ, ਜਿਹੜੇ ਪੁੱਗੇ ਹੋਏ ਸਿੱਧ ਹਨ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ। ਸਤਿਗੁਰੂ ਜੀ ਨੇ ਕਿਹਾ ਸੀ ਵੀ ਸ਼ਬਦ ਤੋਂ ਬਿਨਾਂ ਪ੍ਰਾਣਾਂ ਨੂੰ ਰਸ ਨਹੀਂ ਆ ਸਕਦਾ, ਭਾਵ ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ। ਗੁਰੂ ਸਾਹਿਬ ਜੀ ਨੇ ਸਮੁੱਚੀ ਸਿੱਧ ਗੋਸ਼ਟ ਵਿੱਚ ਸਰੀਰ ਨਹੀਂ ਸ਼ਬਦ ਨੂੰ ਪ੍ਰਧਾਨਤਾ ਹੀ ਦਿੱਤੀ ਹੈ। ਸ਼ਬਦ ਨੂੰ ਗੁਰੂ ਕਿਹਾ, ਸ਼ਬਦ ਨੂੰ ਹੀ ਆਪਣਾ ਇਸ਼ਟ ਪਰਮੇਸ਼ਰ ਦੱਸਿਆ, ਸ਼ਬਦ ਦੇ ਵਿੱਚੋਂ ਹੀ ਰਸ ਦੀ ਗੱਲ ਕੀਤੀ, ਸ਼ਬਦ ਵਿੱਚੋਂ ਹੀ ਜੀਵਨ ਜਾਚ ਦੀ ਗੱਲ ਕੀਤੀ। ਸ਼ਬਦ ਦੀ ਗੱਲ ਹੀ ਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਬਾਰ-ਬਾਰ ਇਹ ਗੱਲ ਜਿਹੜੀ ਸਮਝਾਈ। ਸਿੱਧ ਗੋਸ਼ਟ ਬਾਣੀ ਵਿੱਚ ਆਪਣੀਆਂ ਗੱਲਾਂ ਕਰਦੇ ਨੇ, ਗੁਰੂ ਸਾਹਿਬ ਸਰੀਰਾਂ ਤੋਂ ਉੱਪਰ ਉੱਠ ਕੇ ਉਸ ਨਿਰੰਕਾਰ ਦੇ ਘਰ ਦੀ ਗੱਲ ਸ਼ਬਦ ਰਾਹੀਂ ਕਰਦੇ ਹਨ। ਪਰ ਸ਼ਬਦ ਨੂੰ ਹੀ ਸਾਰਾ ਕੁਛ ਧਰਮ ਦੇ ਖੇਤਰ ਵਿੱਚ ਪ੍ਰਧਾਨਤਾ ਗੁਰੂ ਪਾਤਸ਼ਾਹ ਜੀ ਨੇ ਕੇਵਲ ਧਰਮ ਦੇ ਖੇਤਰ ਵਿੱਚ ਨਹੀਂ, ਜੀਵਨ ਦੇ ਹਰ ਪਹਿਲੂ ਵਿੱਚ ਸ਼ਬਦ ਨੂੰ ਪ੍ਰਧਾਨਤਾ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਹੈ। ਸ਼ਬਦ ਕੀ ਹੈ ਇਹਦੀ ਵਿਚਾਰ ਆਪਾਂ ਪਿਛਲੀਆਂ ਪੌੜੀਆਂ 'ਚ ਕਰ ਸਕਦੇ ਹਾਂ। ਸ਼ਬਦ ਉਹ ਸੱਚ ਹੈ ਜੋ ਸ਼ਬਦ ਨੂੰ ਜਪਣ ਵਾਲੇ ਨੂੰ ਸੱਚ ਦੇ ਘਰ 'ਚ ਲੈ ਜਾਂਦਾ। ਸੰਖੇਪ ਜੀ ਗੱਲ ਆਪਾਂ ਕਰੀਏ ਵੀ ਇਹ ਸ਼ਬਦ ਉਹ ਸੱਚ ਹੈ ਜਿਹੜਾ ਸ਼ਬਦ ਨਾਲ ਰੰਗਿਆ ਰਤਿਆ ਗਿਆ, ਉਹਨੂੰ ਆਪਣੇ ਘਰ ਵਿੱਚ ਪਰਮੇਸ਼ਰ ਦੇ ਘਰ ਵਿੱਚ ਥਾਂ ਮਿਲਦੀ ਹੈ, ਭਾਵ ਉਹਨੂੰ ਆਪਣਾ ਮੂਲ ਪਛਾਣਨ ਦਾ ਪਤਾ ਲੱਗ ਜਾਂਦਾ ਕਿ ਮੇਰਾ ਮੂਲ ਕੀ ਹੈ, ਆਪਣੇ ਮੂਲ ਦੇ ਵਿੱਚ ਸਮਾ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਕੱਲ੍ਹ ਇਹ ਵੀ ਦੱਸਿਆ ਵੀ ਸ਼ਬਦ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਮੁੱਕ ਸਕਦੀ, ਤ੍ਰੇਹ ਨਹੀਂ ਮਿਟਦੀ। ਜੋ ਮਨੁੱਖ ਸ਼ਬਦ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦੇ ਕਾਇਮ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਰਸ ਮਿਲ ਜਾਂਦਾ ਹੈ, ਫਿਰ ਉਹ ਸਦਾ ਤ੍ਰਿਪਤ ਰਹਿੰਦੇ ਨੇ, ਅਗਾਈ ਰੱਜੇ ਰਹਿੰਦੇ ਹਨ, ਭਾਵ ਸੰਤੋਖੀ ਬਣ ਜਾਂਦੇ ਆ। ਉਹਨਾਂ ਦਾ ਜੀਵਨ ਸੰਤੋਖ ਵਾਲਾ ਹੋ ਜਾਂਦਾ, ਬਿਨਾਂ ਸੰਤੋਖ ਤੋਂ ਕੋਈ ਰੱਜ ਨਹੀਂ ਸਕਦਾ। ਉਹਨਾਂ ਦੇ ਜੀਵਨ ਵਿੱਚ ਸੰਤੋਖ ਆ ਜਾਂਦਾ, ਜੋ ਹੈ ਜਿਸ ਤਰ੍ਹਾਂ ਦਾ ਹੈ ਉਹ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਪ੍ਰਵਾਨ ਕਰਦੇ ਹਨ। ਅਗਲਾ ਸਵਾਲ ਸੀ ਵੀ ਕਿਹੜੀ ਮੱਤ ਰਾਹੀਂ ਮਨ ਟਿਕਿਆ ਰਹਿ ਸਕਦਾ ਹੈ, ਕਿਹੜੀ ਖੁਰਾਕ ਨਾਲ ਮਨ ਰੱਜਿਆ ਰਹਿ ਸਕੇ। ਤੇ ਸਤਿਗੁਰੂ ਨੇ ਬੜਾ ਸੰਖੇਪ ਜਿਹਾ ਉੱਤਰ ਦਿੱਤਾ ਵੀ ਜਿਹੜੀ ਮੱਤ ਸਤਿਗੁਰੂ ਤੋਂ ਮਿਲਦੀ ਹੈ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜਿਉ ਜਾਣੇ ਤਿਸ ਅੰਤਰ ਰਵੇ ਹਰਨਾਮਾ। ਜਿਹਨੂੰ ਸਤਿਗੁਰ ਦੀ ਮੱਤ ਆ ਜਾਏ ਉਹ ਸਤਿਗੁਰੂ ਵਿੱਚ ਹੀ ਸਮਾ ਜਾਂਦਾ ਹੈ। ਸ਼ਬਦ ਤੋਂ ਜੀਵਨ ਦੀ ਸੇਧ ਲੈ ਲਵੇ, ਸ਼ਬਦ ਵਿੱਚ ਹੀ ਸਮਾ ਜਾਂਦਾ ਹੈ। ਦੁੱਖ ਸੁੱਖ ਨੂੰ ਫਿਰ ਇੱਕੋ ਜਿਹਾ ਸਮਝਦਾ ਤੇ ਫਿਰ ਜਿਹੜਾ ਭੋਜਨ ਉਹਨੂੰ ਨਾਮ ਤੋਂ ਮਿਲਦਾ ਹੈ ਉਹਦੇ ਨਾਲ ਉਹਦੇ ਜੀਵਨ ਵਿੱਚੋਂ ਮੌਤ ਦਾ ਭੈ ਵੀ ਜਿਹੜਾ ਖਤਮ ਹੋ ਜਾਂਦਾ ਹੈ। ਇਸੇ ਰਸ ਨੂੰ, ਸ਼ਬਦ ਦੇ ਰਸ ਨੂੰ ਜਾਂ ਮਨ ਦੀ ਖੁਰਾਕ ਨੂੰ ਜ਼ਿਕਰ ਕਰਦਿਆਂ ਗੁਰੂ ਮਹਾਰਾਜ ਨੇ ਅੱਜ ਦੀ ਜਿਹੜੀ ਪੌੜੀ ਨੰਬਰ 62 ਹੈ
ਉਹਦੇ ਵਿੱਚ ਅਗਲੀ ਵਿਚਾਰ ਜਿਹੜੀ ਹੈ ਉਹ ਦਿੱਤੀ ਹੈ। ਤਾਂ ਸਤਿਗੁਰੂ ਜੀ ਅੱਜ ਦੀ ਪੌੜੀ ਦੇ ਜੋ ਸ਼ਬਦ ਹਨ ਉਹਦੇ ਵਿੱਚ ਫਰਮਾਉਂਦੇ ਹਨ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ, ਪਵਨ ਨਾ ਸਾਧਿਆ ਸਚ ਨਾ ਅਰਾਧਿਆ। ਕਥ ਕਥਾ ਲਈ ਸਮ ਕਰ ਰਹਿ, ਤੋ ਨਾਨਕ ਆਤਮ ਰਾਮ ਕੋ ਲਹੈ। ਕਥ ਕਥਾ ਲਈ ਸਮ ਕਰ ਰਹਿ, ਤੋ ਨਾਨਕ ਆਤਮ ਰਾਮ ਕੋ ਲਹੈ। ਕੱਲ ਗੁਰੂ ਪਾਤਸ਼ਾਹ ਜੀ ਨੇ ਪ੍ਰਾਣਾਂ ਦੀ ਭੋਜਨ ਦੀ ਖੁਰਾਕ ਦੀ ਗੱਲ ਕੀਤੀ, ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਣ ਦੀ ਗੱਲ ਕੀਤੀ। ਹੁਣ ਸਿੱਧਾ ਨੂੰ ਗੁਰੂ ਸਾਹਿਬ ਜੀ ਨੇ ਜੋ ਉੱਤਰ ਦਿੱਤੇ ਹਨ ਜਾਂ ਹੋਰ ਵਿਸਥਾਰ ਕੀਤਾ ਹੈ, ਉਹ ਅੱਜ ਦੀ ਪੌੜੀ ਵਿੱਚ ਗੁਰੂ ਪਾਤਸ਼ਾਹ ਨੂੰ ਸਮਝਾਉਂਦੇ ਨੇ ਕਿ ਸਿੱਧੋ ਜੀਵਨ ਦਾ ਰਸ ਨਹੀਂ ਆਇਆ, ਜੀਵਨ ਦਾ ਸਵਾਦ ਨਹੀਂ ਆਇਆ, ਮਨ ਦਾ ਟਿਕਾ ਨਹੀਂ ਬਣਿਆ, ਮਨ ਟਿਕਿਆ ਨਹੀਂ, ਤੇ ਨਾ ਹੀ ਪ੍ਰਭੂ ਦੇ ਨਾਮ ਵਿੱਚ ਮਨ ਰੰਗਿਆ ਗਿਆ। ਜੇ ਟਿਕਿਆ ਹੀ ਨਹੀਂ ਤਾਂ ਰੰਗਿਆ ਕਿੱਥੋਂ ਜਾਏਗਾ। ਤੇ ਗੁਰੂ ਸਾਹਿਬ ਜੀ ਜੋ ਅੱਜ ਇਸ ਪੌੜੀ ਦੇ ਵਿੱਚ ਜੋ ਗੱਲ ਸਮਝਾਉਂਦੇ ਨੇ, ਰੰਗ ਨਾ ਰਾਤਾ, ਰੰਗ ਪਿਆਰ, ਪਿਆਰ ਵਿੱਚ ਰੰਗ, ਗੱਗੇ ਨੂੰ ਸਿਹਾਰੀ ਰੰਗ ਵਿੱਚ, ਰਾਤਾ ਦਾ ਅਰਥ ਹੈ ਪੂਰੀ ਤਰ੍ਹਾਂ ਰੰਗਿਆ ਜਾਣਾ। ਪ੍ਰਭੂ ਦੇ ਨਾਮ ਰੰਗ ਵਿੱਚ ਤੇਰਾ ਮਨ ਰੰਗਿਆ ਨਹੀਂ ਗਿਆ, ਪ੍ਰਭੂ ਦੇ ਨਾਮ ਰੰਗ ਵਿੱਚ ਮਨ ਰੰਗਿਆ ਨਹੀਂ ਗਿਆ। ਇਹੋ ਹੀ ਕਾਰਨ ਹੈ ਕਿ ਪ੍ਰਭੂ ਦੇ ਨਾਮ ਵਿੱਚੋਂ ਆਉਣ ਵਾਲੇ ਰਸ ਦਾ ਖੇੜਾ ਤੂੰ ਨਹੀਂ ਮਾਣ ਸਕਿਆ। ਰਸ ਨਹੀਂ ਮਾਤਾ, ਆਨੰਦ ਨਹੀਂ ਮਾਣਿਆ। ਮਾਤਾ ਦਾ ਹੁੰਦਾ ਮਸਤੀ। ਉਸ ਦੇ ਨਾਮ ਦੇ ਰਸ ਦੇ ਆਨੰਦ ਦੀ ਮਸਤੀ ਵਿੱਚ ਤੂੰ ਨਹੀਂ ਪਹੁੰਚਿਆ। ਇਹ ਕੇਵਲ ਸਿੱਧਾ ਦੀ ਬਾਤ ਨਹੀਂ ਹੈ, ਬਾਰ ਬਾਰ ਗੁਰਬਾਣੀ ਤੋਂ ਸਿੱਖਣਾ ਚਾਹੀਦਾ ਹੈ। ਵਿਚਾਰਾਂ ਦਾ ਮਤਲਬ ਇਹ ਹੁੰਦਾ ਹੈ ਜਿੱਥੇ ਅਜੇ ਕੁਝ ਅਧੂਰਾ ਹੋਵੇ, ਪੂਰਾ ਨਾ ਹੋਇਆ ਹੋਵੇ, ਜਿੱਥੇ ਬੰਦਾ ਦੀ ਗੱਲ ਸੋਚ ਮੁੱਕ ਜਾਏ, ਜਿੱਥੇ ਹੋਰ ਕੋਈ ਨਾ ਚੀਜ਼ ਦੀ ਖਾਸ਼ ਹੋਵੇ, ਵਿਚਾਰ ਵੀ ਮੁੱਕ ਜਾਂਦੀ ਹੈ। ਵਿਚਾਰ ਉੱਥੇ ਤੱਕ ਚਲਦੀ ਹੈ ਜਦੋਂ ਅਜੇ ਹੋਰ ਦੀ ਗੱਲ ਹੋਵੇ ਜਾਂ ਅਧੂਰੀ ਹੋਵੇ। ਤਾਂ ਸਿੱਧਾਂ ਦਾ ਗੁਰੂ ਸਾਹਿਬ ਜੀ ਦੀ ਵਿਚਾਰ ਵੀ ਸਿੱਧ ਤਾਂ ਹੀ ਵਿਚਾਰ ਕਰ ਰਹੇ ਹਨ ਕਿ ਅੰਦਰ ਕੁਝ ਮਿਲਿਆ ਨਹੀਂ, ਬੜਾ ਸਾਲ ਹੋ ਗਏ, ਬੜਾ ਟਾਈਮ ਹੋ ਗਿਆ, ਮਨ ਦਾ ਟਿਕਾਓ ਹੀ ਨਹੀਂ ਬਣਿਆ। ਇਹ ਕਾਰਨ ਹੈ ਕਿ ਉਸ ਦੇ ਰਸ ਦੀ ਮਸਤੀ ਵੀ ਨਹੀਂ ਆਈ, ਉਹ ਖੀਵਾਪਨ ਨਹੀਂ ਆਇਆ। ਜਿਹੜੀ ਸ਼ੀਤਲਤਾ, ਜਿਹੜੀ ਠੰਡਕ ਸ਼ਬਦ ਦੇ ਵਿਚਾਰ ਵਿੱਚ ਹੈ, ਉਹ ਅੰਦਰ ਨਹੀਂ ਟਿਕੀ। ਕਿਉਂ ਨਹੀਂ ਆਇਆ? ਕਿਉਂਕਿ ਸ਼ਬਦ ਦੇ ਵਿਚਾਰ ਦੀ ਜਿਹੜੀ ਠੰਡ ਹੈ, ਸ਼ੀਤਲਤਾ ਹੈ, ਉਹ ਤੇਰੇ ਅੰਦਰ ਨਹੀਂ ਟਿਕੀ। ਰਾਤਾ ਨਹੀਂ, ਮਸਤ ਨਹੀਂ ਹੋਇਆ, ਉਹਦੀ ਮਸਤੀ ਨਹੀਂ ਲਈ। ਜੇ ਸ਼ਬਦ ਦੀ ਵਿਚਾਰ ਅੰਦਰ ਨਹੀਂ ਟਿਕੀ, ਵਿਚਾਰ ਜਾਂ ਕਹਿ ਲਓ ਵਿਚਾਰ ਕੀਤੀ ਨਹੀਂ, ਜਾਂ ਸਮਝਿਆ ਹੀ ਨਹੀਂ ਇਸ ਗੱਲ ਨੂੰ,
ਤਾਂ ਫਿਰ ਕਹਿੰਦੇ ਤੇਰਾ ਅੰਦਰ ਜਿਹੜਾ ਹੈ ਉਹ ਜਲ ਬਲਦਾ ਹੈ, ਉਹ ਸੜ ਰਿਹਾ ਹੈ, ਅੱਗ ਲੱਗੀ ਹੋਈ ਹੈ। ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਤਾਤਾ ਦਾ ਅਰਥ ਹੈ ਸੜਨਾ, ਸੜਨਾ, ਖਿੱਚਣਾ। ਤਾਤੇ ਬੋਲ ਦੀ ਗੱਲ ਵੀ ਆਈ, ਖਿਜੇ ਹੋਏ ਬੋਲ ਬੋਲਣੇ। ਬਿਨ ਗੁਰ ਸ਼ਬਦ ਹੈ, ਸ਼ਬਦ ਦੀ ਕਮਾਈ ਕਰਨ ਤੋਂ ਬਿਨਾ ਜਲ ਬਲ ਤਾਤਾ। ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਸੰਸਾਰ ਦੇ ਖਾਹਿਸ਼ਾਂ ਵਿੱਚ, ਸੰਸਾਰ ਦੀਆਂ ਲੋੜਾਂ ਵਿੱਚ, ਸੰਸਾਰ ਦੇ ਧੰਦਿਆਂ ਵਿੱਚ ਹਰ ਵੇਲੇ ਸੜਦਾ ਬਲਦਾ ਤੇ ਖਿੱਚਦਾ ਰਹਿੰਦਾ ਹੈ। ਅਸਲੀਅਤ ਹੈ, ਸੱਚ ਹੈ। ਸ਼ਬਦ ਦੇ ਰਸ ਤੋਂ ਬਿਨਾਂ ਖੇੜਾ ਆਉਂਦਾ ਹੀ ਨਹੀਂ, ਆਨੰਦ ਆਉਂਦਾ ਹੀ ਨਹੀਂ। ਸ਼ਬਦ ਦੇ ਰਸ ਤੋਂ ਬਿਨਾਂ ਮਸਤੀ ਚੜ੍ਹਦੀ ਨਹੀਂ। ਇਹੋ ਗੱਲ ਮਹਾਰਾਜ ਕਹਿੰਦੇ ਨੇ, ਸਿੱਧੋ ਘਰ-ਬਾਰ ਤਿਆਗ ਦਿੱਤਾ ਹੈ, ਸੰਸਾਰ ਛੱਡ ਦਿੱਤਾ ਹੈ, ਪਰ ਤੁਹਾਡੇ ਫਿਕਰ ਤੇ ਚਿੰਤਾ ਖਤਮ ਨਹੀਂ ਹੋਏ। ਚਿੰਤਾ ਤੇ ਫਿਕਰ ਖਤਮ ਨਹੀਂ ਹੋਏ। ਇੱਕ ਪਾਸੇ ਸੰਸਾਰ ਤਿਆਗਣ ਦੀ ਗੱਲ ਕਰਦੇ ਹੋ, ਦੂਜੇ ਪਾਸੇ ਰੋਟੀ ਦੀ ਚਿੰਤਾ ਲਈ ਉਹਨਾਂ ਦੇ ਦਰਾਂ ਤੇ ਮੰਗਣ ਜਾਣ ਦੀ ਚਿੰਤਾ ਲੱਗੀ ਹੋਈ ਹੈ। ਅੰਦਰ ਤੁਹਾਡਾ ਸੜਿਆ ਪਿਆ ਹੈ, ਠੰਡ ਨਹੀਂ ਪਈ। ਸਿੱਧੀਆਂ ਦੀਆਂ ਤਾਕਤਾਂ ਨਾਲ, ਕਰਾਮਾਤਾਂ ਨਾਲ ਲੋਕਾਂ ਨੂੰ ਭਰਮਾ ਲਿਆ, ਪਰ ਆਪ ਉਸ ਪ੍ਰਭੂ ਤੋਂ ਦੂਰੀ ਬਣਾ ਲਈ। ਤੁਸੀਂ ਤਾਂ ਚਿੰਤਾ ਫਿਕਰ ਵਿੱਚ ਏਦਾਂ ਸੜ ਰਹੇ, ਡੁੱਬੇ ਪਏ ਹੋ। ਕੋਈ ਲੱਗਦਾ ਹੀ ਨਹੀਂ ਵੀ ਤੁਹਾਨੂੰ ਕੋਈ ਧਰਮ ਦੀ ਦੁਨੀਆ ਦਾ ਗਿਆਨ ਵੀ ਹੈ। ਧੂਣੀਆਂ ਤਪਾ ਲਈਆਂ, ਗੇਰੂ ਰੰਗ ਦੇ ਕੱਪੜੇ ਪਾ ਲਏ, ਪਰ ਸਿੱਧੋ ਕੱਪੜੇ ਤਾਂ ਪਾ ਲਏ, ਪਰ ਮਨ ਤੇ ਰੰਗ ਨਹੀਂ ਚੜਿਆ, ਮਨ ਤੇ ਮਸਤੀ ਨਹੀਂ ਆਈ। ਕਿਉਂਕਿ ਧਰਮ ਪਹਿਰਾਵੇ ਦਾ ਨਾਮ ਨਹੀਂ ਹੈ। ਸਿਰਫ ਪਹਿਰਾਵਾ ਸਾਡੀ ਨਿਸ਼ਾਨੀ ਹੈ, ਜ਼ਰੂਰੀ ਹੈ। ਗੁਰੂ ਦਾ ਦਿੱਤਾ ਹੋਇਆ ਪਹਿਰਾਵਾ। ਕਈ ਵਾਰੀ ਅਸੀਂ ਇੱਥੇ ਹੀ ਕਹਿ ਦਿੰਦੇ ਹਾਂ, ਜੇ ਅੰਦਰ ਦੀ ਗੱਲ ਹੈ ਤੇ ਬਾਹਰ ਦੀ ਗੱਲ ਕੀ ਲੋੜ ਹੈ। ਗੁਰੂ ਨਾਨਕ ਨੇ ਸਾਨੂੰ ਡਿਸਿਪਲਨ ਬਖਸ਼ਿਆ, ਅਨੁਸ਼ਾਸਨ ਬਖਸ਼ਿਆ। ਇਹ ਪੰਜ ਕਕਾਰੀ ਵਰਦੀ ਸਾਡੇ ਡਿਸਿਪਲਨ ਦੀ ਨਿਸ਼ਾਨੀ ਹੈ, ਸਾਡੇ ਅਨੁਸ਼ਾਸਨ ਦੀ ਨਿਸ਼ਾਨੀ ਹੈ। ਇਹ ਗੁਰੂ ਤੇ ਸਿੱਖ ਦੇ ਪਿਆਰ ਦੀ ਨਿਸ਼ਾਨੀ ਹੈ। ਔਰ ਇਸ ਵਰਦੀ ਨੂੰ ਦੇਖ ਕੇ ਸਿੱਖ ਨੂੰ ਆਪਣਾ ਗੁਰੂ ਯਾਦ ਆ ਜਾਂਦਾ ਹੈ, ਪਰ ਵਾਹ-ਵਾਹ ਕਰ ਸਕਦਾ ਹੈ। ਜੇ ਸੱਚਮੁੱਚ ਹੀ ਵਰਦੀ ਦੀ ਮਹਾਨਤਾ ਸਮਝੀ ਹੋਵੇ, ਫਿਰ ਅੰਦਰੋਂ ਵਾਹ-ਵਾਹ ਨਿਕਲਦੀ ਹੈ। ਮਾਲਕਾ, ਕਿਆ ਤੂੰ ਆਪਣੇ ਦਰ ਦਾ ਸੇਵਕ ਬਣਾ ਲਿਆ ਹੈ। ਲਿਬਾਸ ਕੇਵਲ ਕਰ ਲੈਣਾ, ਪਰ ਅੰਦਰੋਂ ਖਾਲੀ ਰਹਿਣਾ, ਇਹ ਗੁਰੂ ਨਾਨਕ ਪਾਤਸ਼ਾਹ ਦਾ ਮਤ ਨਹੀਂ ਹੈ। ਇਹੋ ਗੱਲ ਗੁਰੂ ਸਾਹਿਬ ਸਿੱਧਾਂ ਨੂੰ ਸਮਝਾਉਂਦੇ ਨੇ। ਕਹਿੰਦੇ ਸਿੱਧੋ ਕੱਪੜੇ ਗੇਰੂ ਰੰਗ ਦੇ ਪਾ ਲਏ, ਪਰ ਮਨ ਨਹੀਂ ਰੰਗਿਆ ਗਿਆ। ਬਿਪਤਾ ਤੇ ਮਾਰਿਆਂ ਨੇ ਘਰ-ਬਾਰ ਛੱਡ ਦਿੱਤਾ, ਵਤਨ ਛੱਡ ਕੇ ਹੋਰ ਦੇਸ਼ਾਂ ਵਿੱਚ ਭਟਕਦੇ ਰਹੇ, ਜੰਗਲਾਂ ਦੇ ਕੰਢੇ ਝਮਾਉਂਦੇ ਰਹੇ, ਮਨ ਦੀ ਸ਼ਾਂਤੀ ਲਈ ਆਪਣੇ ਕੰਨ ਪੜਵਾ ਲਏ, ਜੋਗੀ ਬਣ ਗਏ। ਪਰ ਸਿੱਧੂ ਅਜੇ ਪੇੜ ਦੀ ਅਗਨੀ ਤਾਂ ਮਿਟੀ ਨਹੀਂ, ਅੰਦਰ ਦੀ ਚਿੰਤਾ ਤਾਂ ਮਿਟੀ ਨਹੀਂ। ਭੁੱਖ, ਆਪਣੀ ਭੁੱਖ ਮਿਟਾਉਣ ਲਈ ਹੋਰਨਾਂ ਦੇ ਟੁਕਰਾਂ ਨੂੰ ਦੇਖਦਾ ਫਿਰਦਾ ਹੈ, ਲੋਕਾਂ ਦੇ ਦਰਾਂ ਤੇ ਦੇਖਦਾ ਹੈ। ਚਿੰਤਾ ਹੈ ਅੰਦਰ, ਅੰਦਰ ਦੀ ਚਾਹਤ ਤਾਂ ਖਤਮ ਹੀ ਨਹੀਂ ਹੋਈ। ਖਾਣ ਦੀ ਚਿੰਤਾ ਤਾਂ ਨਾਲ ਨਾਲ ਤੁਰੀ ਆਉਂਦੀ ਹੈ, ਚੰਬੜੀ ਹੋਈ ਹੈ। ਦਰ ਦੀਆਂ ਭਟਕਣਾ ਤੇ ਵੀ ਤੈਨੂੰ ਕੁਝ ਨਹੀਂ ਮਿਲਣਾ। ਤੂੰ ਤਾਂ ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫੁਰਾਏ ਹਿਰਾਏ ਟੂਕਾ। ਟੁੱਕ ਮੰਗਣ ਲਈ ਲੋਕਾਂ ਦੇ ਘਰ ਤੇ ਜਾ ਕੇ ਅਲਖ ਕਰਦਾ, ਘਰ ਘਰ ਮੰਗੇ ਤ੍ਰਿਤਾਵਨ ਤੇ ਚੂਕਾ। ਨਹੀਂ ਮਿਟਿਆ ਅੰਦਰੋਂ ਭੁੱਖ, ਨਹੀਂ ਮਿਟੀ। ਕਿਉਂ? ਰਸ ਨਹੀਂ ਆਇਆ, ਸਵਾਦ ਨਹੀਂ ਆਇਆ। ਇਹ ਸਿੱਧੋ
शब्द तो बिना, रस तो बिना, शब्द के आनंद तो बिना जीवन का रस भी नहीं जे आउंदा। बिना शब्द नाल अंदर शब्द अंदर वसन नाल जीवन का रस नहीं आना। केवल बार बार का दिखावा है, बोलना है, पढ़ना है, सुनना है, लेकिन रस नहीं बनता। तो ना ही जीवन की जुगती आती है, जीवन जीवना किवें है। ना रस आउंदा है ते ना जीवन की जुगती आती है। गुरु पातशाह कहते ने फिर इन्हां तो किवें बच सकते हैं, चिंता तो, फिक्रां तो, झोरियां तो। असल च सिद्धो ये बचन का ढंग बाहरों नहीं लभदा, अंदरों पैदा होंदा है। भुलेखा ही है असी बाहरों ही लभदे हैं। अज दुनिया बाहरों ही लभदी है। कोई तीर्थ यात्रा ते तुरिया बैठा है, कोई व्रत रख रहा है, कोई चलीए कट रहा है, कोई नंगे पैरी तुरिया फिरदा, कोई समाधियां ला के साधना दी तुरिया बैठा है बाहरों लभण दे लई। पर कित्थे बाहरों? बाहर तो है ही नहीं सी। बाहर ढूंढन ते छूट परे, गुर घर ही माए दिखाया था। कहते छुट गया बाहरों भटकना जदों गुरु ने घर च दिखाया। पर दिखावे किवें? क्योंकि गुरु के शब्द नाल रस ही नहीं बनया, स्वाद ही नहीं आया। जद तक गुरु के शब्द का स्वाद नहीं आता, ये रस अंदरों नहीं बनया। जे बाहरला रस नहीं चखिया तो अंदरला रस जिहड़ा शब्द का रस नहीं चखिया तो यह रस नहीं बनना। इस करके सिद्धो बाहरली अग तो पानी ना बुझ जाती है, पर जिहड़ी तुहाडे अंदर अग लगी हुई है, केवल सिद्धां ते नहीं, साडे सारियां दे अंदर भी जिहड़ी अंदरली अग है, जल बल ताता दी जिहड़ी गल है, ये तो पानी नाल नहीं बुझदी। बाहरली अगली पानी नाल बुझदी है। पानी विच बाहरली अग नूं असीं पानी नाल बुझा लैंदे हां, पर जे पानी विच तरदी हुई बेड़ी नूं अग लग जाए फिर की बनेगा? कदी ख्याल कीता? धर्मी अखवाउण वाले, केवल धर्मी अखवाउण वाले साडे वर्गे जिहड़े हन, साडी बेड़ी नूं अग पानी दे विचों लगी हुई है। ये तो कुआरी तो चाओ विवाहिता, यही पछोताओ वत कुआरी ना थीए वाली गल बनी पई है। ये तो मामलों की दुनिया च असीं फसे हुए हैं। जे धर्म के खेतर में रह के भी मामले नहीं गए, धर्म का खेतर फिर काहदा अपनाया? काहदा रस्ता धर्म का है? काहदी जुगती है? यही गल गुरु साहब कहते, रंग ना राता, रस नहीं माता, बिन गुर शब्दे जल बल ताता। इस दो ये तो जल बल की गल है। देखो किते डाकू, लुटेरे, धाड़वी बचन के लिए असी किले का सहारा लै लेंगे हैं, पर जे किले विच ही कोई आके लुकिया लुट लवे तो फिर की बनेगा? किले असी सहारा लैना होवे, किसी डरदे हुए किले का सहारा लईए ते किले विच आके कोई लुट लवे, दसो भज के कित्थे जाया जाए? चोरां तो डर के बंदा राजे की शरण लै लवे, पर जे राजा ही सजा दे देवे तो फिर चोर की करेगा? कित्थे भज्या जाएगा? जियोगियो जे माया तो डर के घर बार त्याग दिता, पर की बनेगा? माया तो अंदर पदार्थां की अग तो अंदरों बुझी ना, किवें बुझावांगे? किवें बुझावांगे? नहीं बुझ सकती, क्योंकि बाहर की अगन बूझत है जल सरता कै। भाई गुरदास जी का एक कवित है, बाहर की अगन बूझत है जल सरता के। नदी दे पानी दे नाल बाहर की अग बुझा लेने हैं। नाव में जो अगन लागे कैसे को बुझाई है? बेड़ी नूं लगी अग किवें बुझा लांगे? बाहर से भाग ओट लीजिए लीजियन कोटगढ़। कोटगढ़ किला, बाहरों भज के किले च वड़ गए। गढ़ में जो लूट लीजे कहो कत जाइए, कित्थे जावांगे? चोरन कै त्रास जाए शरण गहे नरिंद। राजे की शरण लै लई, पर मारे महीपत ज्यों कैसे को बचाइए? ते जे राजा ही मार देवे, सजा दे देवे, फिर की करांगे?
ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਲਿਆ। ਇਹੋ ਹੀ ਹੈ ਨਾ, ਅਸੀਂ ਗੱਲ ਕਰਦੇ ਮਾਇਆ ਡਰਪਤ ਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈ ਹੈ। ਕਿ ਡਰਦੇ ਸੀ ਸੰਸਾਰ ਛੱਡ ਦਿੱਤਾ, ਸੰਸਾਰ ਸੀ ਛੱਡ ਦਿੱਤਾ ਦੁਨੀਆ ਤੋਂ। ਅਸੀਂ ਗੁਰੂ ਦਰ ਤੇ ਜਾਂਦੇ ਹਾਂ, ਪਰ ਫਿਰ ਵੀ ਸਾਡੀ ਤ੍ਰਿਸ਼ਨਾ ਨਹੀਂ ਮੁੱਕਦੀ, ਮਾਇਆ ਤੋਂ ਭੱਜਦੇ। ਜੇ ਉੱਥੇ ਵੀ ਮਾਇਆ ਵਿਆਪ ਕੇ ਬੈਠਿਆਂ ਦੇ ਵਿਚਾਰ ਹੀ ਮਾਇਆ ਨਾਲ ਜੁੜ ਕੇ ਕੀ ਕਰਾਂਗੇ? ਉਹ ਹੈ ਸਾਧਨ ਸਾਡੇ ਕੋਲ। ਧਰਮ ਦੀ ਦੁਨੀਆ ਵਿੱਚ ਟਿਕਾਓ ਚਾਹੀਦਾ ਹੈ, ਟਿਕਾਓ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕਿਉਂਕਿ ਰਸ ਨਹੀਂ ਮੱਤਾ, ਸ਼ਬਦ ਨਾਲ ਜੁੜਿਆ ਨਹੀਂ, ਸ਼ਬਦ ਨਾਲ ਮਨ ਰੰਗਿਆ ਹੀ ਨਹੀਂ। ਤੇ ਸਾਹਿਬ ਕਹਿੰਦੇ ਸਿੱਧੋ ਅੱਗ ਤਾਂ ਲੱਗੀ ਹੋਈ ਅੰਦਰ, ਸਿੱਧੋ ਅੱਗ ਤਾਂ ਲੱਗੀ ਹੋਈ ਅੰਦਰ। ਉਹ ਹੈ ਅੱਗ ਪ੍ਰਭੂ ਤੋਂ ਦੂਰੀ ਦੀ, ਪਰਮੇਸ਼ਰ ਤੋਂ ਬਣੀ ਹੋਈ ਦੂਰੀ ਦੀ ਅੱਗ। ਤੇ ਬੁਝਣੀ ਸੀ ਸ਼ਬਦ ਨਾਲ, ਬੁਝਣੀ ਸੀ ਗੁਰੂ ਸ਼ਬਦ ਨਾਲ। ਤੇ ਉਸ ਸ਼ਬਦ ਤੋਂ ਬਿਨਾਂ ਜਿੰਦ ਸਾਡੀ ਸੜ ਬਲ ਰਹੀ ਹੈ। ਸ਼ਬਦ ਨਾ, ਸ਼ਬਦ ਵਿੱਚ ਰਾਤੇ ਨਾ ਹੋਣ ਕਰਕੇ ਜਿੰਦ ਜਲ ਸੜ ਬੜ ਰਹੀ ਹੈ। ਤਾਂ ਹੀ ਮਨ ਦਾ ਟਿਕਾਓ ਨਹੀਂ ਬਣਿਆ। ਵੀ ਅੱਗ ਬੁਝਣੀ ਸੀ ਗੁਰੂ ਦੇ ਸ਼ਬਦ ਨਾਲ। ਜਦ ਤੱਕ ਚੰਗੀ ਪ੍ਰਭੂ ਦੇ ਸ਼ਬਦ ਦਾ ਰਸ ਲੈਣ ਤੋਂ ਬਿਨਾਂ ਇਹ ਅੰਦਰ ਦੀ ਅੱਗ ਨਹੀਂ ਬੁਝਣੀ, ਤੇ ਨਾ ਹੀ ਅੰਦਰ ਦੀ ਠੰਡ ਪੈਣੀ ਹੈ। ਠੰਡ ਪੈਣੀ ਨਹੀਂ। ਕਿਉਂ? ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਮੈਂ ਤਾਂ ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲਿਆ, ਹੋਰ ਕੋਈ ਥਾਂ ਹੀ ਨਹੀਂ ਹੈ ਜਿੱਥੇ ਜਾ ਕੇ ਅੱਗ ਬੁਝ ਸਕਦੀ ਹੋਵੇ। ਮੇਰੀ ਤਾਂ ਅੱਗ ਜਿਹੜੀ ਹੈ ਉਹ ਅੰਦਰ ਲੱਗੀ ਹੋਈ ਹੈ। ਗੁਰੂ ਸਾਹਿਬ ਜੀ ਨੇ ਇੱਕ ਧਨਾਥੀ ਦੇ ਰਾਗ ਵਿੱਚ ਬੋਲ ਕਿਹਾ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਬੈ ਬਹੁਤ ਬੇਕਾਰ। ਕਿਉਂ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਸ਼ਬਦ ਟੁੱਟ ਗਿਆ, ਸ਼ਬਦ ਨਾਲ ਨਹੀਂ ਜੁੜਿਆ। ਇਉਂ ਤੜਫਦਾ ਜਿਵੇਂ ਕੋੜ ਦਾ ਰੋਗੀ ਤੜਫਦਾ ਹੈ। ਅੰਦਰ ਇੰਨੀ ਤੜਫਣਾ ਹੈ। ਕੋੜ ਦੇ ਰੋਗੀ ਦੀ ਬਾਹਰ ਦੀ ਪੀੜਾ ਹੈ, ਤੇ ਬਾਣੀ ਨੂੰ ਵਿਸਰ ਕੇ ਅੰਦਰ ਦੀ ਪੀੜਾ ਹੈ। ਰਸ ਨਹੀਂ ਆਇਆ, ਰੰਗ ਨਹੀਂ ਮਾਤਾ, ਰਸਿਆ ਹੀ ਨਹੀਂ। ਰੰਗ ਨਾ ਰਾਤਾ, ਰਸ ਨਹੀਂ ਮਾਤਾ, ਕੀ ਬਣੇਗਾ? ਇਹ ਤਾਂ ਪੱਕੇ ਰੋਗੀ ਦੀ ਵਾਂਗੂ ਤੜਫ ਹੈ, ਮੈਂ ਵਿੜ ਨਹੀਂ ਸਕਦੀ। ਐਵੇਂ ਕਹਿੰਦੇ ਰੱਬ ਨਾਲ ਬਹੁਤੇ ਲਾਂਭੇ ਨਾ ਦੇ। ਐਵੇਂ ਰੱਬ ਨੂੰ ਆਪਣੇ ਦੁੱਖ ਪੜ ਪੜ ਕੇ ਨਾ ਸੁਣਾ। ਰੱਬ ਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਹੈ, ਉਹਨੂੰ ਪਤਾ ਹੈ। ਅਸਲ ਵਿੱਚ ਅੰਦਰ ਦਾ ਰੋਗ ਮਿਟਿਆ ਨਹੀਂ। ਸਿੱਧੂ ਮਿਟਣਾ ਨਹੀਂ ਕਦ ਲਈ ਸੀ? ਆਪਾਂ ਦਾ ਡਰਾਮਾ ਕੀਤਾ, ਬਾਹਰਲਾ ਦਿਖਾਵਾ ਕੀਤਾ ਧਰਮ ਦੀ ਦੁਨੀਆ ਦਾ। ਅੰਦਰ ਦੇ ਅੱਗ ਬਾਹਰ ਦੇ ਸਾਧਨਾਂ ਨਾਲ ਨਹੀਂ ਮਿਟਣੀ। ਗੁਰੂ ਪਾਤਸ਼ਾਹ ਕਹਿੰਦੇ ਨੇ। ਹੁਣ ਜਿਹੜੀ ਗੱਲ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਵੀ ਅੰਦਰ ਦੀ ਅੱਗ ਜਿਹੜੀ ਹੈ ਇਹ ਬਾਹਰ ਦੇ ਸਾਧਨਾਂ ਨਾਲ ਨਹੀਂ ਮਿਟਣੀ। ਸਿੱਧਾ ਮਨ ਹੈ ਉਹੀ ਹੈ। ਖਿਆਲ ਕਰਿਓ। ਦੇਖੋ ਮਨ ਦਾ ਗੁਰੂ ਪਾਤਸ਼ਾਹ ਜੀ ਨੇ ਕਮਾਲ ਦੇ ਉਦਾਹਰਨਾਂ ਦਿੱਤੀਆਂ। ਤੇ ਮਨ ਉਹੀ ਹੈ। ਇਹੋ ਹੀ ਮਨ ਤੈਨੂੰ ਪ੍ਰੀਤਮ ਦੇ ਦੇਸ਼ ਵਿੱਚ ਲੈ ਜਾਏਗਾ, ਤੇ ਇਹੋ ਹੀ ਮਨ ਤੈਨੂੰ ਸੰਸਾਰ ਦੀਆਂ ਭਟਕਣਾ ਵਿੱਚ ਪਾ ਦੇਵੇਗਾ। ਜੇ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਪੜ੍ਹਦੇ ਹਾਂ, ਜਿਹਦੇ ਚ ਉਹਨਾਂ ਨੇ ਕਿਹਾ ਵੀ ਹਵਾ ਚੱਲਦੀ ਹੈ, ਹਵਾ ਦੇ ਵਿੱਚ ਕੋਈ ਫਰਕ ਨਹੀਂ ਹੈ, ਪਰ ਇੱਕ ਦਿਸ਼ਾ ਤੋਂ ਚੱਲਣ ਵਾਲੀ ਹਵਾ ਬਾਰਿਸ਼ ਲੈ ਕੇ ਆਉਂਦੀ ਹੈ, ਮੀਂਹ ਲੈ ਕੇ ਆਉਂਦੀ ਹੈ, ਤੇ ਦੂਜੇ ਪਾਸੋਂ ਚੱਲਣ ਵਾਲੀ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਹਵਾ ਚੱਲਦੀ ਹੈ, ਜੇ ਪੂਰਬ ਵਾਲੇ ਪਾਸੋਂ ਜਾਂ ਉੱਤਰ ਵਾਲੇ ਪਾਸੋਂ ਹਵਾ ਚੱਲਦੀ ਹੈ ਤਾਂ ਅਸੀਂ ਕਹਿੰਦੇ ਹਾਂ ਜੀ ਪੂਰਾ ਚੱਲ ਰਿਹਾ, ਮੀਂਹ ਪੈਣ ਵਾਲਾ ਹੈ। ਉੱਤਰ ਵੱਲੋਂ ਹਵਾ ਆਈ ਹੈ, ਪਹਾੜੀ ਹਵਾ ਹੈ, ਮੀਂਹ ਪਵੇਗਾ, ਜ਼ੋਰ ਦੀ ਪਵੇਗਾ। ਪਰ ਜੇ ਹਵਾ ਪੱਛਮ ਵੱਲੋਂ ਚੱਲ ਪਵੇ, ਅਸੀਂ ਕਹਿੰਦੇ ਨਹੀਂ, ਅੱਜ ਪੱਛਮ ਦੀ ਹਵਾ ਚੱਲਦੀ ਹੈ, ਪੱਛੋਂ ਚੱਲ ਰਹੀ ਹੈ, ਇਹਦਾ ਮਤਲਬ ਬਾਰਿਸ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਹਵਾ ਤਾਂ ਹੋਈ ਹੈ, ਮਨ ਵੀ ਹੋਈ ਹੈ। ਇੱਕ ਪਾਸੇ ਨੂੰ ਚੱਲ ਪਵੇ ਤੇ ਪ੍ਰੀਤਮ ਦਾ ਮਿਲਾਪ ਹੈ, ਜੇ ਇੱਧਰ ਨੂੰ ਚੱਲ ਪਿਆ ਬਾਹਰ ਮੁਖੀ ਹੋ ਗਿਆ ਸਿੱਧੋ,
ਤੇ ਇਹ ਸਾਰਾ ਕੁਝ ਉਡਾ ਕੇ ਲੈ ਜਾਏਗਾ। ਜਿਹੜੀ ਜਲ ਬਲ ਤਾਤਾ ਦੀ ਗੱਲ ਹੈ, ਇਹ ਸਾੜ ਦੇਵੇਗਾ। ਪਾਣੀ ਉਹੀ ਹੈ, ਇੱਕ ਪਾਣੀ ਪੀਣ ਨਾਲ ਜੀਵਨ ਮਿਲਦਾ ਹੈ, ਤੇ ਇੱਕ ਇਹੋ ਜਿਹਾ ਪਾਣੀ ਹੈ ਜੇ ਪੀਣ ਨਾਲ ਅੰਦਰ ਰੋਗ ਪੈਦਾ ਹੋ ਜਾਂਦੇ ਨੇ। ਪਾਣੀ ਤਾਂ ਉਹੀ ਹੈ, ਤੇ ਤੜਫਦਾ ਬੰਦਾ ਤੜਫਦਾ ਕਿਵੇਂ ਹੈ? ਉਸੇ ਰੋਗ ਨਾਲ ਪਾਣੀ ਦੇ ਨਾਲ ਕਹਿੰਦੇ ਪਾਣੀ ਚੰਗਾ ਨਹੀਂ ਸੀ, ਪਾਣੀ ਗਲਤ ਪੀ ਲਿਆ। ਪਾਣੀ ਤਾਂ ਉਹੀ ਹੈ, ਮਨ ਵੀ ਉਹੀ ਹੈ। ਇੱਕ ਘਰ ਦੀ ਅੱਗ 36 ਪ੍ਰਕਾਰ ਦੇ ਭੋਜਨਾਂ ਨੂੰ ਤਿਆਰ ਕਰਦੀ ਹੈ, ਤੇ ਉਹੀ ਅੱਗ ਬੇਕਾਬੂ ਹੋ ਜਾਏ ਤੇ ਘਰ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਦੇਖੋ ਕਿਆ ਕਮਾਲ ਦੇ ਦਲੀਲਾਂ ਹਨ ਭਾਈ ਸਾਹਿਬ ਜੀ ਦੀਆਂ। ਕਹਿੰਦੇ ਸਿੱਧੋ ਮਨ ਉਹੀ ਹੈ, ਮਨ ਨੂੰ ਕਾਬੂ ਕਰਨਾ ਸ਼ਬਦ ਨੇ ਸੀ, ਪਰ ਮਨ ਕਿਉਂ ਨਹੀਂ ਟਿਕਿਆ? ਜਲ ਬਲ ਕਿਉਂ ਤਾਤਾ ਹੋ ਗਿਆ? ਕਿਉਂਕਿ ਸਮਝ ਨਹੀਂ ਆਈ, ਬਾਹਰ ਮੁਖੀ ਹੋ ਗਿਆ। ਬਿਲਕੁਲ ਇਸੇ ਤਰ੍ਹਾਂ ਕਹਿੰਦੇ ਕਿਸੇ ਦੀ ਸੰਗਤ ਮੁਕਤ ਕਰ ਦਿੰਦੀ ਹੈ, ਪਰਮੇਸ਼ਰ ਦੇ ਦਰ ਤੇ ਲੈ ਜਾਂਦੀ ਹੈ, ਤੇ ਕਈਆਂ ਦੀ ਸੰਗਤ ਮੌਤ ਦੇ ਮਖਾਡੇ ਵੀ ਸੁੱਟ ਦਿੰਦੀ ਹੈ। ਆਤਮਕ ਮੌਤੇ ਬੰਦਾ ਮਰ ਜਾਂਦਾ। ਬਿਲਕੁਲ ਗੁਰੂ ਭਾਈ ਗੁਰਦਾਸ ਜੀ ਨੇ ਜਿਹੜਾ ਕਵਿਤ ਨੰਬਰ 549 ਲਿਖਿਆ, ਕਹਿੰਦੇ ਨੇ ਕਾਹੂ ਦਸ਼ਾ ਕੀ ਪਵਨ ਗਵਨ ਗਵਨ ਕੈ ਵਰਖਾ ਹੈ, ਤੇ ਚੱਲੇ ਤੇ ਮੀਂਹ ਪੈਂਦਾ ਹੈ। ਕਾਹੂ ਦਸ਼ਾ ਕੀ ਪਵਨ ਬਾਦਰ ਬਿਲਾਤ ਹੈ, ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਤ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਗੱਲ ਤਾਂ ਉਹੀ ਮਨ ਦੀ ਗੱਲ ਹੈ। ਸਿੱਧੋ ਮਨ ਕਿਉਂ ਸੜ ਰਿਹਾ? ਕਿਉਂਕਿ ਟਿਕਾਣਾ ਹੀ ਨਹੀਂ ਲੱਭਾ। ਹੁਣ ਹੋਇਆ ਕੀ? ਸਤਿਗੁਰ ਕਹਿਣ ਲੱਗੇ ਵੀ ਸਿੱਧੋ ਦੇਖੋ, ਬਾਹਰ ਅੱਗ ਦੇ ਅੰਦਰਲੀ ਅੱਗ ਨੇ ਬਾਹਰਲੇ ਸਾਧਨਾਂ ਨਾਲ ਨਹੀਂ ਸੀ ਬੁਝਣਾ, ਇਹ ਬੁਝਣੀ ਸੀ ਅੰਦਰ ਦੇ ਨਾਲ। ਤੁਸੀਂ ਇਹਨੂੰ ਬੁਝਾਉਣ ਲੱਗ ਪਏ ਬਾਹਰਲੇ ਸਾਧਨਾਂ ਨਾਲ, ਪ੍ਰਾਣਾਯਾਮ ਕਰਨ ਲੱਗ ਪਏ। ਸਿੱਧੋ ਮਨ ਟਿਕਣਾ ਸੀ ਸ਼ਬਦ ਦੇ ਰਸ ਨਾਲ, ਤੇ ਤੁਸੀਂ ਟਿਕਾਇਆ ਪ੍ਰਾਣਾਯਾਮ ਨਾਲ। ਸਾਹ ਕੁੰਡਲਨੀ ਖੋਲ, ਇੱਧਰ ਖਿੱਚ ਉੱਧਰ ਖਿੱਚ, ਸਾਰੀ ਜ਼ਿੰਦਗੀ ਦਾ ਜ਼ੋਰ ਤੁਸੀਂ ਇਹਦੇ ਤੇ ਲਾਤਾ। ਤੇ ਇੜਾ ਤੋਂ ਪਿੰਗਲਾ ਤੋਂ ਸੁਖਮਣਾ ਤੇ ਜਾ ਕੇ ਟਿਕਾਓ, ਆਹ ਗੱਲ ਬਣੇਗੀ, ਆਹ ਹੋ ਜਾਏਗਾ। ਤੇ ਗੁਰੂ ਸਾਹਿਬ ਕਹਿੰਦੇ ਗੱਲ ਨਹੀਂ ਬਣਨੀ, ਕਿਉਂਕਿ ਸ਼ਬਦ ਨੇ ਰਸ ਨਹੀਂ, ਸ਼ਬਦ ਦਾ ਰਸ ਨਹੀਂ ਲਿਆ। ਉਹ ਜਿਹੜੀ ਅੱਗ ਲੱਗੀ ਹੋਈ ਬੁਝਣੀ ਹੈ ਅੰਦਰੋਂ, ਅਸੀਂ ਬੁਝਾਉਂਦੇ ਹਾਂ ਬਾਹਰੋਂ। ਜਿਹੜੀ ਅੱਗ ਲੱਗੀ ਹੋਈ ਹੈ ਅੰਦਰੋਂ ਬੁਝਣੀ ਹੈ। ਹੁਣ ਅੰਦਰ ਦਾ ਸੰਬੰਧ ਹੈ ਸ਼ਬਦ ਨਾਲ। ਜਿਵੇਂ ਮਨ ਨਹੀਂ ਦਿਸਦਾ, ਇਸ ਤਰ੍ਹਾਂ ਸ਼ਬਦ ਵੀ ਨਹੀਂ ਦਿਸਦਾ। ਹੁਣ ਸ਼ਬਦ ਦਾ ਅਹਿਸਾਸ ਹੈ, ਅਹਿਸਾਸ ਅੰਦਰ ਟਿਕਾਉਣਾ ਪਏਗਾ। ਸ਼ਬਦ ਦਾ ਰਸ ਲੈਣਾ ਹੈ। ਜਦੋਂ ਸ਼ਬਦ ਨਾਲ ਜੁੜ ਗਿਆ, ਫਿਰ ਸਮਝੋ ਮਨ ਨੂੰ ਰਹਿਣ ਲਈ ਆਪਣਾ ਘਰ ਮਿਲ ਗਿਆ, ਟਿਕਾਣਾ ਵੀ ਮਿਲ ਗਿਆ, ਮਨ ਨੂੰ ਆਪਣੀ ਖੁਰਾਕ ਵੀ ਮਿਲ ਗਈ। ਬਾਹਰ ਭਟਕਣ ਦੀ ਥਾਂ ਮਨ ਨੂੰ ਅੰਦਰ ਟਿਕਾਉਣ ਦੀ ਜਾਚ ਆ ਗਈ। ਫਿਰ ਈੜਾ ਤੇ ਪਿੰਗਲਾ ਵਾਲਾ ਰਸਤਾ ਜਿਹੜਾ ਸੀ ਖਤਮ ਹੋ ਗਿਆ। ਈੜਾ ਪਿੰਗਲਾ ਦੀ ਗੱਲ ਖਤਮ ਹੋ ਗਈ। ਜਦੋਂ ਇਹ ਮਨ ਟਿਕ ਗਿਆ, ਫਿਰ ਅੰਦਰ ਹੀ ਇਸ਼ਨਾਨ ਹੋਣ ਲੱਗ ਪਿਆ। ਫਿਰ ਤੀਰਥਾਂ ਦੇ ਇਸ਼ਨਾਨ ਦੀ ਲੋੜ ਨਾ ਰਹੀ, ਭਟਕਣ ਦੀ ਲੋੜ ਨਹੀਂ ਸੀ ਹੈਗੀ। ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ। ਗੁਰੂ ਬਾਬੇ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਦਾ, ਵੀ ਇਹ ਮਨ ਮੰਦਰ ਦੇ ਵਿੱਚ ਇਸ਼ਨਾਨ ਕਿੱਦਾਂ ਹੋ ਗਿਆ? ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਇਹ ਸ਼ਬਦ ਵਸੇ ਅੰਦਰ, ਮੇਰੇ ਪ੍ਰਾਣਾ ਦਾ ਆਸਰਾ ਬਣ ਜਾਏ। ਮਨ ਵਿਦਿਆ ਦਿਆਲ ਸੇਤੀ ਮੇਰੀ ਮਾਏ, ਕੌਣ ਜਾਣੇ ਪੀਰ ਪਰਾਈ। ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ। ਇਹ ਹੈ ਮਨ ਨੂੰ ਟਿਕਾਉਣ ਦਾ ਰਸਤਾ, ਇਹ ਹੈ ਮਨ ਨੂੰ ਸਮਝਾਉਣ ਦਾ ਰਸਤਾ, ਇਹ ਹੈ ਮਨ ਨੂੰ ਖੜਾ ਕਰਨ ਦਾ ਰਸਤਾ। ਪਰ ਸਿੱਧੂ
मन नहीं टिकिया क्योंकि रस नहीं आया। फिर होया कि तुसी की कीता? लो हुण कहंदे साडे कर्मां दा की बनेगा। सिद्धां ने पुछया सी ना भी सिद्धां दी अवस्था की है, तो हुण गुरु साहब उन्होंने जवाब दे रहे हैं, होर व्याख्या कर रहे हैं। बिंद ना राखिया शब्द ना भाखिया। भाखिया का अर्थ हुंदा बोलना। लो सिद्धो जोग दी असल जुगती तां सी शब्द दी जोग दी असल जुगती तां मिलनी सी शब्द दी विचार विचों। जुग दा तां जुड़ना ही है ना। बिना शब्द दी विचार तो जोग दी जीवन दी जुगती नहीं मिलती। बिना शब्द दी विचार तो ना जोग दी जुगती मिलती है, ना ही सानू जीवन दी जुगती मिलती है। जोग दे रस्ते तुसीं फड़ ले पर जुगती ना सीखी। रस्ता नहीं जोग दा मत जिहड़ा सी असलीयत सी वो ना समझी। बस रस्ता फड़ लिया जोग दे इस रस्ते दे तुर पे भी साधना कर लीए, जति कुहा लीए, बिंद नूं रोक लीए, अपने आप नूं काम वासना तो बचा के रख लीए। असली जोगी वो है, कहते गुरु साहब कहते असली जोगी वो है जो जीवन की जांच समझता है। ते वो जीवन की जांच गुरु की कृपा नाल आउंदी है, शब्द के वसन नाल आउंदी है। ते उस जीवन जांच नाल परमेश्वर नाल डूंगी सांझ बनती है। केवल बिंद रोकण नाल नहीं, लंगोटियां लाउण नाल नहीं, होर कर्म करन नाल नहीं। सतगुरु ने कहा जोगी जुगत ना जाने अंध। जोगी नूं तां जीवन जुगती नहीं आई, अन्ना है। अन्ना क्यों क्या? दिसदा तां सी, क्योंकि ज्ञान के नेत्र ही नहीं खुले आ। कर करके प्राणायाम तेरा रोक रोक के बिंद नूं लंगोटियां ला के होर कई आसन ला के कहंदे क्या जुगती ना सीखी। परमात्मा नाल सांझ बननी सी जुगती सिख के, पर जोगी जुगत ना जाने अंध। कहंदे जोगी सो जोगी जो जुगत पछाणे। जोगी हुंदा जिहड़ा जुगती नूं पछाणदा है, ते जिहड़ा गुर प्रसादी एको जाने, एक नाल जुड़े, उस शब्द नाल जुड़े। क्योंकि शब्द परमेश्वर च कोई भेद नहीं है। गुरु की कृपा नाल वो जिहड़ा जुड़दा वो जोगी है। पर असीं तां जोग की जुगती नहीं सीखी। जुगती तां की जाननी सी, धर्म के नां ते जोग के नां ते पखंड कीता। असीं भी तो हो कुछ ही करते हैं ना। सिੱਖੀ ਦਾ ਕੀ ਜਾਣਨੀ ਸੀ, ਸਿੱਖੀ ਦਾ ਨਾਂ ਤੇ ਪਖੰਡ ਅਸੀਂ ਬਹੁਤ ਕੀਤੇ। ਜੋ ਕੁਝ ਹੋ ਰਿਹਾ ਅੱਜ ਸਮਾਜ ਵਿੱਚ ਦੇਖਦੇ ਹੀ ਹਾਂ। ਗੁਰਮੁਖ ਪਿਆਰੇ ਲੱਗਣ ਵਾਲੇ ਦਰਸ਼ਨੀ ਦੇਖਣ ਵਾਲੇ ਵੀ ਜਦੋਂ ਜੋਤਾਂ ਜਗਾਉਂਦੇ ਨੇ ਨਾ, ਜਦੋਂ ਕੁੰਭ ਤੇ ਨਾਲੀਅਰ ਰੱਖਦੇ ਨੇ, ਜਦੋਂ ਆਰਤੀਆਂ ਬਾਲਦੇ ਆ, ਦੀਵਾ ਕਰ ਕਰਕੇ ਆਰਤੀਆਂ ਉਤਾਰਦੇ ਆ, ਇਉਂ ਜਾਪਦਾ ਵੀ ਧਰਮ ਇਹਨਾਂ ਦੇ ਨੇੜੇ ਵੀ ਨਹੀਂ ਟੁਕਿਆ। ਇਹ ਧਰਮ ਦੇ ਨਾਂ ਤੇ ਪਖੰਡ ਹੋ ਰਿਹਾ ਹੈ। ਜੋਗੀਆਂ ਨੂੰ ਜੇ ਸਮਝਾਉਂਦੇ ਤਾਂ ਸਾਨੂੰ ਵੀ ਤਾਂ ਗੁਰੂ ਸਾਹਿਬ ਸਮਝਾਉਂਦੇ ਨਾ। ਆਪਣੀਆਂ ਇੰਦਰੀਆਂ ਦੀਆਂ ਕਾਮ ਵਾਸ਼ਨਾ ਰੋਕਣ ਲਈ ਤੁਸੀਂ ਕਈ ਤਰ੍ਹਾਂ ਦੇ ਢੰਗ ਅਪਣਾ ਲਏ, ਕਈ ਤਰ੍ਹਾਂ ਦੇ ਢੰਗ ਅਪਣਾਏ। ਜਤੀ ਸਦਾਉਣ ਲੱਗ ਪਏ, ਲੋਕੀ ਵੀ ਤੁਹਾਨੂੰ ਜਤੀ ਕਹਿਣ ਲੱਗ ਪਏ। ਪਰ ਜਤੀ ਬਣਨ ਦੀ ਜੁਗਤੀ ਤੁਹਾਨੂੰ ਨਹੀਂ ਪਤਾ ਵੀ ਜਤੀ ਬਣੀਦਾ ਕਿਵੇਂ ਹੈ। ਇਸ ਜਤੀ ਦਾ ਕੋਈ ਫਾਇਦਾ ਨਹੀਂ। ਤਾਂ ਜਿਹੜਾ ਬਿੰਦ ਨਾਲ ਰਾਖਿਆ ਦੀ ਗੱਲ ਗਈ, ਜੇ ਸ਼ਬਦ ਨਾਲ ਪ੍ਰੀਤ ਨਹੀਂ ਬਣੀ ਤਾਂ ਇਹਦਾ ਕੋਈ ਲਾਭ ਨਹੀਂ। ਬ੍ਰਹਮਚਾਰੀ ਬਣ ਗਏ। ਗੁਰੂ ਸਾਹਿਬ ਜੀ ਕਹਿਣ ਲੱਗੇ ਸਿੱਧੋ ਜੋਗ ਦੀ ਜੁਗਤੀ ਦਾ ਪਤਾ ਹੀ ਨਹੀਂ। ਐਵੇਂ ਵੇਖਾ ਵੇਖੀ ਘਰ-ਬਾਰ ਤਿਆਗ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਧਰਮੀ ਬਣ ਬੈਠੇ। ਘਰ-ਬਾਰ ਤਿਆਗ ਦਿੱਤਾ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਮੈਂ ਘਰ-ਬਾਰ। ਤੁਸੀਂ ਤਾਂ ਜੁਗਤੀ ਨਹੀਂ ਸਿੱਖੀ। ਜੋਗੀ ਤੁਸੀਂ ਟਿਕਾਣੇ ਦੀ ਗੱਲ ਕਰਦੇ ਹੋ। ਸਿੱਧਾਂ ਦੀ ਅਵਸਥਾ ਕੀ ਹੈ, ਮਿਲਦਾ ਕੀ ਹੈ? ਬਿਨਾਂ ਜੁਗਤੀ ਤੋਂ ਕਦੀ ਕੁਝ ਮਿਲਿਆ? ਜੇ ਜੁਗਤੀ ਨਹੀਂ ਬਤੀ ਤਾਂ ਮੰਜ਼ਿਲ ਕਿੱਥੋਂ ਮਿਲੇਗੀ? ਬਸ ਲੋਕਾਂ ਦੀ ਵਾਹਵਾ ਮਿਲੇਗੀ। ਲੋਕੀ ਵਾਹਵਾ ਕਰਨਗੇ, ਲੋਕਾਂ ਕਰਾਮਾਤਾਂ ਦੇਖ ਕੇ ਤੁਹਾਡੀਆਂ ਪੈਰਾਂ ਤੇ ਮੱਥੇ ਟੇਕੀ ਜਾਣਗੇ। हे जोगियो, केवल काम वासना नूं काबू करन नाल जां मारन नाल कोई जती सती नहीं बनता।
सिर मुड़ा के कोई सिद्ध नहीं बन जाता। जे सिर बना के सिद्ध बनना हुंदा तो भेड़ सब तो पहला बन जाती, जिन्हों हर 6 महीने 4 महीने बाद मुन्नी जाइदा है। जे सिर्फ काम वासना माਰਨ करके ही रब दे घर च प्रवान होना हुंदा, जोगी बनना हुंदा, जति बनना हुंदा, तो गुरु साहब कहते खुसरे नूं सब तो पहला परम गति की प्राप्ति हो जाती, जिन्हों रब ने ये साधन नहीं दिता। तो जुगती नहीं सीखी। कहते मूंड मंडाए जो सिद्ध पाई, भगत कबीर जी, मूंड मंडाए जो सिद्ध पाई, तो फिर की होएगा? कहते मुक्ति भेड़ ना भैया काई। फिर तो भेड़ नूं मुक्ति मिल जानी चाहिए सी। बिंद रख जो तरिया भाई, खुसरो क्यों ना परमगत पाई। ये तो ढंग ही नहीं सी धर्म दा। हे जोगी तेनू जोग दी जुगत दा पता नहीं, पर जति सताउंदा दस की लाभ है। तुसीं कहंदे हो मिलेगा की? बिंद ना रखिया शब्द ना भाखिया, की फायदा? जुगत है गुरु दे शब्द दी विचार दे विच, इस तो बिना मन ना टिकिया तो ना टिकना है, ना ही अपने टिकाने लगना है। मन नूं टिकाण लई जति नहीं, गुरु शब्द दी राही प्रभु दी याद विच जुड़, जिहड़ा पवित्र है। जिहड़े बाकी रस कौड़े हन ते जोगी, बाकी सारे रस तां होमे हंकार नूं वधाउंदे ने। जे जुड़ना है तो प्रभु दे नाम विच जुड़। हे उदू जिस मनुख नूं परमात्मा आधारदा है, वो गुरु दे दस्से मार्ग ते अपने आप तुर पैंदा है। उसका योग यही है, शब्द का योग है। गुरु दे शब्द विच जुड़ के उच्चे आत्मक हुलारे मानदा है। वो तुहाडे वांगू बिंद रखण दीयां गल्लां नहीं करदा, गुटियां ला के फिरन दी गल्लां नहीं करदा। असल विच शब्द दे आत्मक हुलारे ही असल जत सत हन। ब्रह्मचारी उही है जिहड़ा शब्द दे आत्मक रस नूं मानदा है। ਉਹਦਾ ही सत कायम रहिंदा जिहड़ा शब्द नाल जुड़िया होया है। उन्हें पता लग जाता है परतरा रूप ना पेखे नेत्र, उन्हें गल समझ आ जाती है। इहो जे जत सत नाल ही जोग की जुगती समझ आती है। जुड़न की जुगती का ढंग ही तां पता लगता है, समझी तां आउंदी है। जोगी वो शब्द नाल जुड़ के होमे ते ममता वालों तो मुर्दा ही हो जाता, मुर्दा मर जाता है। होमे वालों ममता वालों मन नूं विकारां वालों काबू करके रखता है। हे उदू संसार दी घुमन घेरी विच जो माया दे मोह दी डराउणी घुमन घेरी है, वो शब्द नाल जुड़ के इस दुत्तर सागर नूं पार कर जाता है। जिहड़ा तुसीं पुछिया सी ना दुत्तर सागर पार करन दा ढंग की है, कहंदे दुत्तर सागर पार करन दा ढंग है जिहड़ा शब्द नाल जुड़िया होया है। शब्द नाल जुड़े जोगी दी असल विच सूरमे हन, बहादुर ही हन। घर बार छड्डण वाले बहादुर नहीं, जिन्हां ने विकारां दीयां लहरां नूं, जिन्हां दे उत्ते विकारां दीयां लहरां अपना प्रभाव नहीं पा सकदियां, वो सूरमे हन। केवल लुगुटी लाण वाला सूरमा नहीं है। गुरु दी बाणी नाल, गुरु दे शब्द नाल, शब्द विच जुड़न वालियां दे हिरदे विच सदा ही परमेश्वर की याद जिहड़ी पक्की रहिंदी है। वो शब्द नाल जुड़ते हैं, वो पखंड नाल नहीं जुड़ते, कर्म कांडां नाल नहीं जुड़ते। सतगुरु अस्सी अवस्था बयान करते उस गुरु के प्यारियां दी, कहंदे गुरमुख जोग कमावे उदू जत सत शब्द विचारी। गुरु नानक देव महाराज रामकली राग विच श्री गुरु ग्रंथ साहिब जी दे पावन पन्ना 907 ते शब्द मरे मन मारे उदू जोग जुगत विचारी। ये है शब्द मन नूं मारन दा ढंग, बिंद रखण नाल कुछ नहीं बनना। माया मोह भवजल है अवधू शब्द तरे कुल तारी। शब्द सूर जुग चारे उदू बाणी भगत विचारी। वो तो गुरु की बाणी विचारते ने, भगती च रखते होंदे हन। बिंद ना राखिया शब्द ना भाखिया, शब्द नहीं बोलिया।
जिस मनुख ने गुरु का शब्द नहीं उचारिया, भाख्या दर्थ है बोलना, उसने जति बन के कुछ नहीं जे खटिया, जति सती बन के कुछ नहीं खटिया, भाव ਉਹਦੇ पल्ले कख नहीं पिया। पवन ना साध्या सच ना आराध्या। हुण कहंदे पवन ना साध्या दा, कहंदे असल विच तुसीं प्राणायाम कीते ही नहीं। किहड़ा? जे सच नाल जुड़े ही नहीं तो काहदे प्राणायाम होए? जे सच नाल जुड़न दी जाच ही नहीं आई, सच नाल जुड़े ही नहीं, ते जोगी जे सच की आराधना ही नहीं की, फिर प्राणायाम भी नहीं किते। पवन का मतलब प्राणायाम, हवा, जिन्हों पवन के रस्ते सारा कुछ कहते हैं। तेरी सारी क्रिया ही व्यर्थ है, तेरा सारा किया हुआ काम ही व्यर्थ है। असल विच प्राणायाम शब्द नूं अंदर वसाउणा है, ना कि नाड़ियां नूं घुमाउणा है। शब्द नूं अंदर वसाउणा प्राणायाम, ना कि नाड़ियां नूं घुमाउणा है। कल भी जिक्र आया सी इस गल दा। शब्द दा रस अंदर टिक जाए तो असली प्राणायाम है, फिर टिकाऊ आ जाता, फिर नाड़ियां घुमाउण दी लोड़ नहीं पैंदी। ना ही कुंडलनी दे थल्ले कोई सप छुपिया हुआ जिन्हों बचन का ढंग चाहिए। हे जोगी, अजे तां सारा कुछ तेरा झूठा है। क्यों? तू शब्द सच ना आराध्या, सच की आराधना नहीं की। अबे तबे कूड़े हैं पाजा, बिन गुर शब्द ना सवारस काजा। अबे तबे आ सारे काम गुरु नानक साहब का भजन गौड़ी राग दा कहते, अबे तबे सारे ही काम होर काम कूड़े ने, गलत ने, झूठे ने। क्यों? बिन गुर शब्द ना सवारस काजा। गुरु के शब्द तो बिना किसी ने तेरा काज नहीं हो सवारना। होमे ममता गुर शब्द विसारी, गुरमत जानिया हृदय मुरारी। गुरु का शब्द अंदरों हिरदे चो होमे नूं मारदा है, ममता दीआं गंढां नूं तोड़ दिंदा है, बजी हुई ममता की पोटली नूं खाली कर दिंदा है। शब्द है। हे जोगी, जे पवन मन की जिंदगी की खुराक नहीं, पवन मन की खुराक नहीं, प्राणायाम मन की खुराक नहीं, मन की खुराक है शब्द, क्योंकि प्राण शब्द सत्ता करके ही कायम हैं। पवन ना साध्या सच ना आराध्या। हुण गुरु पातशाह जी अगे कहते ने, अकथ कथा ले सम कर रहे, अकथ कथा तो नानक आत्म राम को लह। अकथ जिहड़े कथन विच ना आवे। हे सिद्धू, शब्द की समझ तां आउणी है, प्राणायाम नाल नहीं, बिंद रखन नाल नहीं, धूतियां लाउण नाल नहीं, लंगोटियां लाउण नाल नहीं, घर बार छड्डण नाल नहीं, धर्म के नां ते कीते कर्म कांडां नाल नहीं। अकथ की असल कथा जदों असीं करांगे, ये समझ कदों आएगी? हुण तां कथ की आराधना दे अडंबर हो रहे, अडंबर। तुसीं भी अकथ की आराधना नहीं करते, सगों कथ की आराधना के नां ते अडंबर कर रहे हो। ये सारे कर्म अडंबर हैं जिहड़े धर्म के नां ते कीते जा रहे हैं। पर अकथ की कथा नाल तत्त की पहचान तुसीं नहीं की। असलीयत की सी ये तुसीं पछाणिया नहीं। जिहड़ी चीज दिसदी है असल च उहनूं समझना बड़ा सौखा हुंदा है। आम आपां जिहड़ी चीज नज़री पै जाए ना, उहनूं समझना बड़ा सौखा है, उहदा चित्र बनाउणा बड़ा सौखा, उहदी तस्वीर बनाउणी बड़ी सौखी है। पर शब्द नूं समझना औखा है, इसे करके बाहर दे पखंड जिहड़े जल्दी समझ आ जाते हैं। शब्द क्योंकि दिसदा नहीं, अदृष्ट है, परमेश्वर अदृष्ट है, दृष्टि च नहीं आउंदा, ये भी नहीं दिसदा। शब्द का रस मानिया जाता है, अखां नाल नहीं देखिया जाता।
ਫੁੱਲ ਵਿੱਚ ਬੈਠੀ ਖੁਸ਼ਬੂ ਨੂੰ ਕਦੀ ਅਸੀਂ ਨਾਪ ਨਹੀਂ ਸਕਦੇ, ਤੋਲ ਨਹੀਂ ਸਕਦੇ ਵੀ ਉਹਦੀ ਕਿੰਨੀ ਖੁਸ਼ਬੂ ਹੈ। ਹਾਂ, ਫੁੱਲ ਵਿੱਚ ਵਸੀ ਹੋਈ ਖੁਸ਼ਬੂ ਦਾ ਰਸ ਮਾਣ ਸਕਦੇ ਹਾਂ, ਆਨੰਦ ਮਾਣ ਸਕਦੇ ਹਾਂ, ਉਹ ਦੇਖੀ ਨਹੀਂ ਜਾ ਸਕਦੀ। ਅਕਥ ਦੀ ਕਥਾ ਉਹਦੇ ਗੁਣ ਧਾਰਨ ਕਰਕੇ ਰਸ ਮੰਨਣਾ ਹੈ, ਨਾ ਕਿ ਉਸ ਗੁਣਾ ਉਸੇ ਅਕਥ ਦੀ ਕਥਾ ਇਹਨਾਂ ਕਰਮ ਕਾਂਡਾਂ ਵਿੱਚੋਂ ਕਰਨੀ ਹੈ। ਅਕਥ ਦੀ ਕਥਾ ਕੀ ਹੈ? ਕਹਿੰਦੇ ਨੇ ਅਕਥ ਦੀ ਕਥਾ ਹੈ ਉਹਦਾ ਗੁਣਾਂ ਨੂੰ ਧਾਰਨ ਕਰਕੇ ਉਹਦੇ ਵਿੱਚੋਂ ਰਸ ਮੰਨਣਾ। ਉਹਨਾਂ ਦੇ ਗੁਣਾਂ ਦਾ ਰਸ ਹੀ ਹੈ ਜੋ ਜਨਮ ਮਰਨ ਤੋਂ ਉੱਪਰ ਹੈ, ਦੁੱਖ ਸੁੱਖ ਤੋਂ ਉੱਪਰ ਹੈ, ਸਮ ਕਰ ਰਹੇ। ਜਦੋਂ ਰਸ ਆ ਗਿਆ ਫਿਰ ਜਨਮ ਮਰਨ ਦਾ ਵੀ ਪਰਵਾਹ ਨਹੀਂ, ਫਿਰ ਦੁੱਖ ਸੁੱਖ ਦੀ ਕੋਈ ਪਰਵਾਹ ਨਹੀਂ, ਹਰਕ ਸੋਗ ਤੋਂ ਉੱਤੇ ਹੈ। ਜਦੋਂ ਕਥ ਦੀ ਕਥਾ ਦਾ ਰਸ ਆ ਗਿਆ ਫਿਰ ਨਿਰਲੇਪ ਹੋ ਜਾਂਦਾ, ਨਿਰਲੇਪ। ਫਿਰ ਉਹਨੂੰ ਲੋੜ ਨਹੀਂ ਪੈਂਦੀ ਘਰ ਬਾਰ ਤਿਆਗਣ ਦੀ। ਕਥ ਦੀ ਕਥਾ ਉਸ ਕਥ ਦੇ ਗੁਣਾਂ ਨੂੰ ਹਿਰਦੇ 'ਚ ਧਾਰਨ ਕਰਨਾ, ਨਾ ਕਿ ਉਹਨੂੰ ਮਿੰਤੀ ਨਿੰਤੀ ਕਰਨੀ ਹੈ। ਉਹਨੂੰ ਵੇਖਿਆ ਨਹੀਂ ਜਾ ਸਕਦਾ, ਲੇਕਿਨ ਉਹਦੇ ਗੁਣਾਂ ਨੂੰ ਧਾਰਨ ਕੀਤਾ ਜਾ ਸਕਦਾ ਹੈ। ਇਹ ਸਿੱਧੂ ਗੁਣ ਧਾਰਨ ਕਰਨੇ ਪੈਣਗੇ। ਗੁਣ ਧਾਰਨ ਕਰਨੇ ਹੀ ਅਸਲ ਵਿੱਚ ਜਦੋਂ ਅਸੀਂ ਇਸ ਅਵਸਥਾ ਤੇ ਪਹੁੰਚ ਜਾਂਦੇ ਹਾਂ, ਜਦੋਂ ਅਸੀਂ ਗੁਣ ਧਾਰਨ ਦੀ ਅਵਸਥਾ ਤੇ ਪਹੁੰਚ ਜਾਂਦੇ ਹਾਂ, ਤਾਂ ਇਹ ਸ਼ਬਦ ਰਾਹੀਂ ਸਾਨੂੰ ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ, ਪ੍ਰਭੂ ਮਿਲ ਜਾਂਦਾ ਹੈ। ਉਸ ਦਾ ਸੁਭਾਅ ਧਾਰਨ ਕਰਨਾ ਪੈਂਦਾ, ਪ੍ਰਭੂ ਦੇ ਵਰਗਾ ਸੁਭਾਅ ਬਣਾਉਣਾ ਪੈਂਦਾ ਹੈ। ਗੁਣ ਧਾਰਨ ਕਰਨਾ ਸੁਭਾਅ ਬਣਾਉਣਾ ਹੀ ਹੈ, ਆਪਣੇ ਅੰਦਰ ਚੇਂਜ, ਬਦਲੀ, ਤਬਦੀਲੀ। ਜਿਵੇਂ ਜਿਵੇਂ ਬਾਣੀ ਪੜ੍ਹਦੇ ਆ ਰਸ ਆਇਆ, ਰਸ ਆਵੇ, ਜੀਵਨ ਬਦਲੇ, ਜੀਵਨ 'ਚ ਰਸ ਖੇੜਾ ਬਣੇ, ਖੁਸ਼ੀ ਬਣੇ। ਮੁਰਝਾਇਆ ਹੋਇਆ ਹਰਕ ਸੋਗ ਜਨਮ ਮਰਨ ਦੇ ਚੱਕਰ 'ਚ ਹੀ ਨਾ ਫਸਿਆ ਰਹੇ। ਇਹ ਗੁਰੂ ਪਾਤਸ਼ਾਹ ਜਿਹੜੀ ਗੱਲ ਸਿੱਧਾ ਨੂੰ ਸਮਝਾਉਂਦੇ, ਸਾਨੂੰ ਵੀ ਉਹੀ ਸਮਝਾਉਣੀ ਚਾਹੀਦੀ ਹੈ। ਬਸ ਉਹਦਾ ਸੁਭਾਅ ਬਣਾਉਣਾ ਹੀ ਉਹਦੇ ਵਰਗਾ ਸਮਝੋ ਉਹਦੇ ਮਿਲਾਪ ਦੀ ਨਿਸ਼ਾਨੀ ਹੈ। ਜਿਵੇਂ ਜਿਵੇਂ ਉਹਦੇ ਨੇੜੇ ਹੁੰਦਾ ਮਨੁੱਖ ਦੇ ਅੰਦਰੋਂ ਗੁਣ ਆਉਂਦੇ ਜਾਂਦੇ ਹਨ, ਉਹਦੇ ਮਿਲਾਪ ਦੀ ਨਿਸ਼ਾਨੀ ਹੈ। ਜਿਵੇਂ ਜਿਵੇਂ ਮਨੁੱਖ ਦਾ ਸੁਭਾਅ ਬਣ ਕੇ ਉਸ ਪਰਮੇਸ਼ਰ ਨਾਲ ਨੇੜਤਾ ਹੋਈ ਜਾਂਦੀ ਹੈ, ਤਿਵੇਂ ਤਿਵੇਂ ਹੀ ਇਹਦਾ ਉਹਦੇ ਨਾਲ ਪ੍ਰੇਮ ਦਾ ਵੱਧਦਾ ਜਾਂਦਾ ਹੈ। ਸਮਝੋ ਇਹੋ ਹੀ ਉਹਦਾ ਮਿਲਾਪ ਦੀ ਨਿਸ਼ਾਨੀ। ਹੋਰ ਮਿਲਾਪ ਕੀ ਹੈ? ਉਹਨੇ ਆ ਕੇ ਜੱਫੀ ਪਾਉਣੀ ਹੈ, ਆਪਣੇ ਗਲੇ ਨਾਲ ਲਾਉਣਾ, ਇਹੋ ਹੀ ਗਲੇ ਨਾਲ ਲਾਉਣਾ ਹੈ ਕਿ ਸਾਡੇ ਜੀਵਨ ਦੇ ਅੰਦਰੋਂ ਕੌੜਾਪਨ ਖਤਮ ਹੋ ਗਿਆ, ਸਾਡੇ ਜੀਵਨ ਦੇ ਅੰਦਰੋਂ ਪਖੰਡ ਖਤਮ ਹੋ ਗਿਆ, ਸਾਡੇ ਜੀਵਨ ਅੰਦਰੋਂ ਕਰਮ ਕਾਂਡ ਖਤਮ ਹੋ ਗਿਆ, ਸਾਡੇ ਜੀਵਨ ਦੀ ਜੁਗਤੀ ਆ ਗਈ, ਸਾਨੂੰ ਕਥ ਦੀਆਂ ਕਹਾਣੀਆਂ ਕਰਨੀਆਂ ਆ ਗਈਆਂ। ਫਿਰ ਪਤਾ ਲੱਗ ਜਾਂਦਾ ਹੈ ਵੀ ਅੰਦਰ ਵਸਣ ਵਾਲਾ ਪਰਮੇਸ਼ਰ ਜਿਹੜਾ ਹੈ, ਸਾਡਾ ਜਿਹੜਾ ਅੰਦਰ ਵਸਣ ਵਾਲਾ ਸਾਡੀ ਜਿੰਦ ਜੀਵ ਹੈ, ਇਹ ਪ੍ਰਮਾਤਮਾ ਦੀ ਅੰਸ਼ ਹੈ। ਇਹੋ ਹੀ ਸਮਝਣਾ ਨਾ। ਜਦੋਂ ਇਹ ਗੱਲ ਸਮਝ ਆ ਗਈ, ਆਪ ਤੋਂ ਨਾਨਕ ਆਤਮ ਰਾਮ ਕੋ ਲਹੈ, ਕਹਿੰਦੇ ਫਿਰ ਕੀ ਹੈ? ਉਹ ਸੰਸਾਰ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਜੋ ਸੰਸਾਰ ਦੀ ਜਿੰਦ ਹੈ। ਤੋਂ ਲਏ ਕਦੋਂ? ਜਦੋਂ ਸਮਝ ਆ ਗਈ। ਪ੍ਰਾਪਤੀ ਕੀ ਹੈ? ਇਹ ਤਾਂ ਗੁਣਾਂ ਨੂੰ ਧਾਰਨ ਕਰਕੇ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਆਪਣੇ ਇਹ ਸਮਝ ਲੈਣਾ ਵੀ ਕਿ ਮੈਂ ਪ੍ਰਮਾਤਮਾ ਦੀ ਅੰਸ਼ ਹਾਂ। ਫਿਰ ਮਨ ਦਾ ਝੁਕਾਅ ਅੰਦਰ ਵੱਲ ਨੂੰ ਹੋ ਗਿਆ। ਮਨ ਬਾਹਰ ਨੂੰ ਭਟਕਦਾ ਕਿਉਂ ਸੀ? ਕਿਉਂਕਿ ਇਹਨੂੰ ਜੁਗਤੀ ਨਾ ਆਈ। ਜਿੱਦਣ ਸ਼ਬਦ ਦੀ ਜੁਗਤੀ ਆ ਗਈ ਉਦੋਂ ਮਨ ਅੰਦਰ ਹੋ ਗਿਆ, ਉਹਨੇ ਆਪਣੀ ਹੋਂਦ ਮਾਰ ਲਈ। ਅੰਦਰੋਂ ਹੰਕਾਰ ਤੇ ਮਮਤਾ ਦੀਆਂ ਪੰਡਾਂ ਖਤਮ ਹੋ ਗਈਆਂ। ਜਿੰਦ ਵਿੱਚ ਇਵੇਂ ਹੋ ਜਾਂਦਾ ਫਿਰ ਜਦੋਂ ਸ਼ਬਦ ਨਾਲ ਜੁੜ ਗਿਆ, ਜਿਵੇਂ ਕਾਗਜ਼ ਤੇ ਲਿਖੇ ਹੋਏ ਅੱਖਰ ਹੁੰਦੇ ਹਨ। ਹੁਣ ਅੱਖਰਾਂ ਦੀ ਸਿਆਹੀ ਉਹਦੇ 'ਚ ਮਿਲੀ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਕਮਾਲ ਦੀਆਂ ਗੱਲਾਂ ਕਹਿੰਦੇ ਨੇ। ਭਗਤ ਕਬੀਰ ਜੀ ਵੀ ਗੱਲ ਕਹਿੰਦੇ, ਕਹੋ ਕਬੀਰ ਇਹ ਰਾਮ ਕੀ ਅੰਸ਼। ਕਿੱਦਾਂ? ਕਹਿੰਦੇ ਜਸ ਕਾਗਜ਼ ਪਰ ਮਿਟੇ ਨਾ ਮੰਸ। ਜਿੱਦਾਂ ਕਾਗਜ਼ ਤੇ ਲਿਖੇ ਹੋਏ ਸਿਆਹੀ ਨਾਲ ਕੌਣ ਵੱਖਰੀ ਕਰੇਗਾ ਉਹਨੂੰ? ਵੱਖਰੀ ਨਹੀਂ ਨਾ ਹੋ ਸਕਦੀ, ਸਮਾ ਗਈ ਉਹਦੇ ਵਿੱਚ। ਇਹ ਰਾਮ ਦੀ ਅੰਸ਼ ਕਿਉਂ? ਅੰਤਰਮੁਖੀ ਮਨ ਹੋਵੇ। ਫਿਰ ਜਦ ਤੱਕ ਬਾਹਰ ਮੁਖੀ ਆ ਉਹ ਕਰਮ ਕਾਂਡਾਂ ਨਾਲ ਨਹੀਂ ਹੋਣਾ। ਹੁਣ ਕਹਿੰਦੇ ਨੇ ਉੱਚੇ ਆਤਮਿਕ ਟਿਕਾਣੇ ਦੇ ਪੁੱਜ ਗਿਆ ਕਿਹੜਾ? ਤੋ ਨਾਨਕ ਆਤਮ ਰਾਮ ਕੋਲ ਹੈ। ਆਤਮ ਰਾਮ ਕੋਲ ਹੈ ਉਹ ਉੱਚਾ ਆਤਮਿਕ ਟਿਕਾਣਾ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ। ਕਦੋਂ? ਜਦੋਂ
कथ कथा ले सम कर रहे, दुख सुख नूं एक समान जाने, ਉਹਦੇ ਗੁਣਾਂ ਵਿੱਚ ਲੀਨ ਹੋ ਜਾਏ, ਜੀਵਨ ਵਿੱਚੋਂ ਮੇਰ ਤਿਰ ਖਤਮ ਕਰ ਲਵੇ। ਜਦੋਂ ਪਰਮੇਸ਼ਰ ਦੀ ਭਾਵਨੀ ਬਣ ਜਾਏ, ਸ਼ਬਦ ਦਾ ਰਸ ਅੰਦਰ ਆ ਜਾਏ, ਫਿਰ ਇਸ ਟਿਕਾਣੇ ਤੇ ਪਹੁੰਚ ਕੇ ਸਮਝ ਆ ਗਈ ਤੇ ਪ੍ਰਭੂ ਦਾ ਮਿਲਾਪ ਕੀ ਹੈ। ਫਿਰ ਕੀ ਹੈ? ਫਿਰ ਸੇਵਕ ਤੇ ਪ੍ਰਭੂ ਇੱਕ ਰੂਪ ਹੋ ਗਏ, ਫਿਰ ਕੋਈ ਫਰਕ ਹੀ ਨਹੀਂ ਦਿਸਦਾ। ਫਿਰ ਤਾਂ ਇਹੋ ਹੀ ਗੱਲ ਕਹਿੰਦਾ, ਅਬ ਤੋ ਜਾਏ ਚੜੇ ਸਿੰਘਾਸਨ, मिले हैं सारंग पानी, राम कबीरा एक भय है, कोई न सके पछाणी, तो नानक आत्म राम को लहे, कोई पछाण भी नहीं सकता। जोत ज्योति विच मिल गई, मरण तो बाद नहीं, जिउंदे जी वो जीवन की जुगती आ गई। जिहड़ी जीवन की जुगती की गल गुरु पातशाह ने जोगियां नूं दसी। तो शब्द है जिहड़ा परमेश्वर नाल जोड़दा है, शब्द है ਜਿਹੜਾ ਸਾਨੂੰ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਜਾਂਦਾ ਹੈ। ਗੱਲ ਬੜੀ ਸਪਸ਼ਟ ਹੋ ਗਈ ਕਿ ਗੁਰੂ ਦੇ ਉਪਦੇਸ਼ ਤੋਂ ਬਿਨਾ, ਸ਼ਬਦ ਨਾਲ ਜੁੜਨ ਤੋਂ ਬਿਨਾ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਨਾ ਹੀ ਆਤਮਿਕ ਆਨੰਦ ਆਉਂਦਾ ਹੈ, ਨਾ ਹੀ ਹਉਮੈ ਤੇ ਹੋਰ ਸਾਡੇ ਕਰਮ ਕਾਂਡ ਖਤਮ ਹੁੰਦੇ ਹਨ, ਨਾ ਹੀ ਭੇਖ ਦੀ ਤਪਸ਼ ਜਿਹੜੀ ਹੈ ਉਹ ਦੂਰ ਹੁੰਦੀ ਹੈ। ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਰੰਗੇ ਜਾਂਦੇ ਹਨ, ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਭੇਖ ਨਹੀਂ, ਜੁਗਤੀ ਦੇ ਨਾਲ। ਗੁਰੂ ਦੀ ਬਾਣੀ ਵਿਚਾਰੀ ਹੈ, ਜਿਸ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾਈ, ਉਸਨੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲਿਆ। ਪਰ ਸ਼ਬਦ ਕਮਾਉਣ ਤੋਂ ਬਿਨਾਂ ਮਨ ਦੀ ਤ੍ਰਿਪਤੀ ਨਹੀਂ ਹੋਣੀ, ਨਾ ਤ੍ਰਿਪਤੀ ਹੋਈ ਹੈ ਨਾ ਹੋਣੀ। ਇਹ ਅਸੰਭਵ ਜੀ ਬਾਤ ਹੈ, ਬਿਨਾਂ ਸ਼ਬਦ ਤੋਂ ਮਨ ਤ੍ਰਿਪਤ ਹੋ ਜਾਏਗਾ। ਜੋਗੀਆਂ ਦਾ ਮਤ ਸੀ, ਮਤ ਸੀ, ਹੱਠ ਜੋਗ ਕਮਾਉਣਾ, ਬਿੰਦ ਰੱਖਣਾ। ਪਰ ਗੁਰੂ ਦਾ ਸਿਧਾਂਤ ਜਿਹੜਾ ਸੀ ਉਹ ਗ੍ਰਸਤੀ ਦਾ ਹੈ। ਗੁਰੂ ਜੀ ਦਾ ਸਿਧਾਂਤ ਗ੍ਰਸਤੀ ਦਾ ਹੈ, ਇਹ ਗ੍ਰਸਤ ਤਿਆਗ ਦਾ ਸਿਧਾਂਤ ਨਹੀਂ ਹੈ। ਗੁਰੂ ਜੀ ਨੇ ਜਿਹੜੀ ਗੱਲ ਸਮਝਾਈ, ਜੋਗੀ ਜਿੰਨਾ ਮਰਜ਼ੀ ਤੂੰ ਬਿੰਦ ਰੋਕ ਲੈ, ਜਤੀ ਸਦੀ ਸਜਾ ਲੈ, ਪਰ ਨਾਮ ਤੋਂ ਬਿਨਾਂ ਜੀਵਨ ਪਵਿੱਤਰ ਨਹੀਂ ਹੋ ਬਣਨਾ। ਸ਼ਬਦ ਵਿੱਚ ਜੁੜਨ ਤੋਂ ਬਿਨਾਂ ਜੀਵਨ ਪਵਿੱਤਰ ਨਹੀਂ ਬਣਨਾ। ਗੁਰਬਾਣੀ ਵਿੱਚ 6 ਜਤੀਆਂ ਦਾ ਜ਼ਿਕਰ ਆਉਂਦਾ ਹੈ, ਭੈਰੋ, ਹਨੂਮਾਨ, ਲਛਮਣ, ਗੋਰਖ, ਭੀਸ਼ਮ ਅਤੇ ਦੱਤ। ਇਹ 6 ਜਤੀ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ। ਪੰਨਾ 1160 ਤੇ ਗੁਰੂ ਜੀ ਦਾ ਸ਼ਬਦ ਹੈ, ਜਿਸ 'ਚ 6 ਜਤੀ ਮਾਇਆ ਕੇ ਬੰਦਾ, ਕਹਿੰਦੇ ਸਾਰੇ ਜਤੀ ਮਾਇਆ ਦੇ ਵਿੱਚ ਫਸੇ ਹੋਏ ਨੇ। ਇਹਨਾਂ ਜਤੀ ਤਾਂ ਬਣ ਗਏ ਪਰ ਜੁਗਤ ਨਾ ਜਾਣੀ। ਤੋ ਇਹ ਜੋਗ ਦੀ ਜੁਗਤੀ ਦੇ ਨਾਲ, ਇਹਨਾਂ ਜਤੀ ਸਤੀ ਬੰਦ ਦੇ ਨਾਲ ਧਰਮੀ ਨਹੀਂ ਬਣ ਸਕੀਦਾ। ਉਹਦਾ ਮਿਲਾਪ ਹੁੰਦਾ ਹੈ ਸ਼ਬਦ ਦਾ ਰਸ ਮੰਨਣ ਨਾਲ। ਇਹ ਜੋਗੀ ਸ਼ਬਦ ਦਾ ਰਸ ਮਾਨ, ਹਲੇ ਤਾਂ ਮਨ ਬਾਹਰਲੇ ਪਾਸੇ ਭਟਕਦੇ ਆ, ਤੇ ਰੰਗ ਨੇ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੇ ਜਲ ਬਲ ਤਾਤਾ। ਹਲੇ ਤਾਂ ਜਲ ਬਲ ਦਾ ਸੜਿਆ ਹੋਇਆ ਹੈ। ਕੀ ਹੋਇਆ ਜੇ ਤੂੰ ਆਪਣੇ ਬਿੰਦ ਰੋਕ ਲਿਆ? ਕੀ ਹੋਇਆ ਜਤੀ ਸਤੀ ਬਣ ਗਿਆ? ਕੀ ਚਾਹਤਾ ਬ੍ਰਹਮਚਾਰੀ ਕੋ ਹਾਰਿਆ? ਪਰ ਕਿ ਇਹ ਬ੍ਰਹਮਚਾਰੀ ਜੇ ਸ਼ਬਦ ਦਾ ਭਾਖਿਆ ਨਹੀਂ ਤੇ ਇਹਦਾ ਵੀ ਲਾਭ ਨਹੀਂ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਰਮ ਕਾਂਡ ਦੀ ਦੁਨੀਆ ਤੋਂ ਉੱਪਰ ਉੱਠ ਕੇ ਸੱਚ ਨਾਲ ਜੁੜਨ ਦੀ ਜੁਗਤੀ ਸਾਨੂੰ ਵੀ ਆ ਜਾਏ। ਜੋ ਧਰਮ ਦੇ ਨਾਂ ਤੇ ਅਸੀਂ ਕਰਮ ਕਾਂਡ ਕਰਦੇ ਹਾਂ, ਉਹ ਤੋਂ ਬਚ ਕੇ ਸ਼ਬਦ ਦਾ ਆਨੰਦ ਆਪਾਂ ਜੀਵਨ ਦੇ ਇਸ ਰਸ ਨੂੰ ਮਾਣੀਏ ਤੇ ਜੀਵਨ ਦੀ ਜੁਗਤੀ ਨੂੰ ਸਿੱਖੀਏ। ਆਪਣੇ ਗੁਣਾਂ ਜੀਵਨ 'ਚ ਉਹ ਗੁਣਾਂ ਨੂੰ ਧਾਰਨ ਕਰੀਏ ਜਿਹੜੇ ਗੁਣ ਗੁਰੂ ਪਾਤਸ਼ਾਹ ਨੇ ਸਾਨੂੰ ਧਾਰਨ ਕਰਨ ਲਈ ਬਖਸ਼ਿਸ਼ ਕੀਤੇ ਹਨ। ਭੁੱਲ ਚੁੱਕ ਦੀ ਖਿਮਾ ਜੀ। ਪਾਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।